ਸੱਜ ਬੈਠੇ ਸਾਧ ਸੰਗਤ ਜੀ ਆਇਆਂ ਨੂੰ ਸੰਧਿਆ ਦੇ ਦੀਵਾਨ ਦੀ ਆਰੰਭਤਾ ਹੋਈ ਹੈ। ਬੜੇ ਵੱਡੇ ਭਾਗਾਂ ਦਾ ਸਦਕਾ ਗੁਰੂ ਦੇ ਗੋਦੀ ਦੇ ਆਸ਼ੇ ਨੂੰ ਸਮਝਣਾ, ਸੁਣਨਾ, ਮਨ 'ਚ ਵਸਾਉਣਾ ਨਸੀਬ ਹੁੰਦਾ ਹੈ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਕੂੜੈ ਨੇ ਲੱਗਾ ਵਿਸਰਿਆ। ਮੇਰੇ ਵਾਹਿਗੁਰੂ ਜੀ ਕਹਿੰਦੇ ਕੂੜ ਹੀ ਹੈ ਸਾਰਾ ਤੇ ਕੂੜ ਦੇ ਪਸਾਰੇ ਦੇ ਵਿੱਚ ਇੰਨਾ ਕੁ ਫਸ ਗਿਆ ਕਿ ਵਿਸਰਿਆ। ਜਿਹੜਾ ਕਰਤਾਰ, ਕਰਨ ਵਾਲਾ, ਕੁਦਰਤ ਦਾ ਮਾਲਕ, ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ, ਉਹਦਾ ਨਾਂ ਹੀ ਚੇਤਾ ਭੁੱਲ ਗਿਆ। ਬਾਕੀ ਸਾਰਿਆਂ ਦੇ ਚੇਤੇ ਹੈ, ਪਰ ਜਿਸ ਪਿਆਰੀ ਸਿਉਨੇ ਹੋ ਤਿਸ ਆਗੇ ਮਰ ਚਲੀਏ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਗੁਰੂ ਮਹਾਰਾਜ ਦੀਆਂ ਕਥਾ ਕਹਾਣੀਆਂ ਸਰਵਣ ਕਰਨੀਆਂ, ਆਪਣੇ ਵੱਡਿਆਂ ਦੀ ਯਾਦ ਵਿੱਚ ਜੁੜ ਕੇ ਬੈਠਣਾ ਬਹੁਤ ਹੀ ਨਸੀਬਾਂ ਵਾਲੀਆਂ ਰੂਹਾਂ ਦੇ ਹਿੱਸੇ ਆਉਂਦਾ ਹੈ। ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰੋ। ਝੁਕਾਓ ਸੀਸ ਮਾਈ ਭਾਈ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਸਦਕਾ ਤੇਰਾ ਸਭ ਸਦਕਾ ਤੇਰਾ ਸਭ ਸਦਕਾ ਤੇਰਾ ਸਭ ਸਦਕਾ ਤੇਰੀ ਸਭ ਰਚਨਾ ਤੇਰੀ ਸਭ ਰਚਨਾ किस नहीं मेरा मुझ में किस नहीं मेरा मुझ में किस नहीं मेरा मुझ में किस नहीं जो किस है सो तेरा 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 तेरा तुझको सौंपते तेरा तुझको सौंपते तेरा तुझको सौंपते तेरा तुझको सौंपते क्या लगे मेरा क्या लगे ਮਾਰੇ ਕਹਿੰਦੇ ਨਿਮਰਤਾ ਇੰਨੀ ਕੁ ਰੱਖੀ ਹਉਮੈ ਨਾ ਕਰੀ। ਇੱਕ ਵਾਰ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਦੇ ਅਨੰਨ ਪਿਆਰੇ ਕਵੀ ਰਾਜ ਜੀ ਜਿਨ੍ਹਾਂ ਦਾ ਨੇਮ ਬੜਾ ਪਰਪੱਕ ਸੀ, ਰੋਜ਼ ਅੰਮ੍ਰਿਤ ਵੇਲੇ 2:30 ਵਜੇ ਕੇਸੀ ਇਸ਼ਨਾਨ ਕਰ ਲੈਣਾ ਤੇ ਮਹਾਰਾਜ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਖੈਮੇ ਦੇ ਵਿੱਚ ਜਾ ਕੇ ਦਰਸ਼ਨ ਕਰਦੇ ਹੁੰਦੇ ਸੀ। ਪਹਿਲਾ ਨਾਮ ਭਾਈ ਨੰਦ ਲਾਲ ਹੈ, ਫਿਰ ਨੰਦ ਲਾਲ ਸਿੰਘ ਹੋ ਗਏ। ਪਰ ਜਦੋਂ ਵੀ ਆਪਾਂ ਉਹਨਾਂ ਦੀ ਗੱਲ ਕਰਾਂਗੇ ਆਪਾਂ ਜ਼ਿਕਰ ਨੰਦ ਲਾਲ ਨਹੀਂ ਕਰਾਂਗੇ। ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਕੇਸੀ ਇਸ਼ਨਾਨ ਕਰਕੇ ਕੰਘਾ ਕਰ ਰਹੇ ਹੁੰਦੇ ਤੇ ਬਾਬਾ ਨੰਦ ਲਾਲ ਜੀ ਰੋਜ਼ ਜਾਂਦੇ ਤੇ ਆਵਾਜ਼ ਦਿੰਦੇ, ਸਤਿਗੁਰੂ ਆ ਜਾਈਏ, ਤੇ ਮਹਾਰਾਜ ਕਹਿ ਦਿੰਦੇ ਆ ਜਾ। ਇੱਕ ਦਿਨ ਕਹਿੰਦੇ ਬਿਮਾਰੀ ਹਉਮੈ ਦੀ ਆਣ ਪਈ। ਜਦੋਂ ਬੰਦਾ ਰੋਜ਼ ਨਿਤਨੇਮ ਕਰਦਾ, ਗੁਰੂ ਘਰ ਆਉਂਦਾ, ਸੇਵਾ, ਉਹਦੇ 'ਚ ਹਉਮੈ ਵੀ ਆਉਂਦੀ ਹੈ। ਤੇ ਉਸ ਵੇਲੇ ਕਹਿੰਦੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਸਾਖੀਕਾਰ ਨੇ, ਇਹ ਸਾਖੀ ਹੁੰਦੀ ਤੁਹਾਡੇ ਆਪਣੇ ਵਾਸਤੇ ਸਮਝਾਉਣ ਖਾਤਰ। ਸਾਖੀ ਦੇ ਨਾਲ ਗੁਰੂ ਦਾ ਪਿਆਰ ਪੈਦਾ ਹੁੰਦਾ, ਤਾਂ ਕਰਕੇ ਮਹਾਰਾਜ 14 ਪੋਥੀਆਂ ਇਤਿਹਾਸ ਦੇ ਕੇ ਗਏ ਵੀ ਗੁਰ ਇਤਿਹਾਸ ਦੀ ਕਥਾ ਤਿਉਂ ਹੁੰਦੀ ਵੀ ਪਿਆਰ ਵਧੇ ਗੁਰੂ ਦੇ ਨਾਲ। ਇਹ ਅਸਰ ਹੁੰਦਾ ਸੰਗਤ ਦਾ ਜੀ। ਇਹ ਵੇਖੋ ਨੈੱਟ ਦੇ ਉੱਤੇ ਬੱਚੇ ਪਾਗਲ ਹੋ ਗਏ, ਜਿਹੜੇ ਗੇਮਾਂ ਖੇਡਦੇ ਸੀ ਨਾ ਬੱਚੇ, ਉਹ ਇੱਦਾਂ ਬੱਚਾ ਇੱਕ ਨਾ ਉਹ ਇਹਦਾ ਦਿਮਾਗ ਇੰਨਾ ਡਿਪਰੈਸ਼ਨ ਵਿੱਚ ਚਲੇ ਗਿਆ, ਇੱਦਾਂ ਹੱਥ ਮਾਰੀ ਜਾਂਦਾ, ਉਹ ਇੱਦਾਂ ਸਿਰ ਲਾਈ ਜਾਂਦਾ, ਉਹਦੇ ਹੱਥ 'ਚ ਮੋਬਾਇਲ ਨਹੀਂ ਹੈਗਾ। ਤੁਮਾਰੇ ਕਹਿੰਦੇ ਜੋ ਜੈਸੀ ਸੰਗਤ ਮਿਲੇ ਸੋ ਤੈਸੋ, ਜਿੱਦਾਂ ਦੀ ਵੀ ਕਰਮਾਂ ਵਾਲਿਓ ਆਪਾਂ ਸੰਗਤ ਕਰਾਂਗੇ ਉੱਦਾਂ ਦਾ ਹੀ ਬੰਦੇ ਦਾ ਸੁਭਾਅ ਹੋ ਜਾਂਦਾ।
ਚੰਗੀ ਸੰਗਤ 'ਚ ਬਵਾਂਗੇ ਤੇ ਸ਼ਾਂਤੀ ਆਵੇਗੀ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ। ਤੇ ਜਿੱਦਾਂ ਦੀ ਆਪਾਂ ਸੰਗਤ ਕਰਦੇ ਉਹ ਅਸਰ ਜ਼ਰੂਰ ਹੁੰਦਾ। ਉਹ ਅਸਰ ਸਰੀਰ ਕਬੂਲਦਾ, ਮਨ ਕਬੂਲਦਾ ਤੇ ਬੰਦਾ ਉੱਦਾਂ ਦਾ ਹੀ ਹੋ ਜਾਂਦਾ ਏ। ਇਸ ਕਰਕੇ ਮਾਰੇ ਕਥਾ ਦੇ ਕੇ ਗਏ ਤੁਹਾਡੇ ਬੱਚੇ ਬੱਚੀਆਂ ਜੁੜਨਗੇ, ਰਸ ਆਊਗਾ। ਪਰ ਹੁਣ ਤਾਂ ਮਾਰੇ ਕਹਿੰਦੇ ਕੂੜ ਕੂੜੈ ਨੇ ਲੱਗਾ। ਵਿਸਰਿਆ ਜਿੱਥੇ ਵੀ ਗੰਦੀਆਂ ਫਿਲਮਾਂ, ਨਾਟਕ, ਟੀਵੀ, ਫੋਟੋਆਂ ਚਲਾਈ ਜਾਂਦੇ, ਜਦੋਂ ਕਿਤੇ ਬਾਣੀ ਆਉਂਦੀ ਭੱਜ ਕੇ ਗੂਠਾ ਗਾਂਹ ਕਰ ਦਈਦਾ, ਉਹ ਨਹੀਂ ਸੁਣੀਦੀ। ਕਿਉਂਕਿ ਸੁਰਤੀ ਬਿਰਤੀ ਐਸੀ ਹੋ ਗਈ ਨਾ। ਤੋ ਬਾਬਾ ਆਨੰਦ ਲਾਲ ਜੀ, ਕਵੀ ਰਾਜ ਜੀ ਅੱਜ ਤੁਰੇ ਆਉਂਦੇ ਐ ਤੇ ਮਨ ਦੇ ਵਿੱਚ ਹਉਮੈ ਨੇ ਆ ਕੇ ਕੰਡਾ ਝਬੋਤਾ। ਕਹਿੰਦੇ ਸਾਰੇ ਸਿੰਘ ਸੁੱਤੇ ਆ ਤੇ ਮੈਂ ਕਿੰਨਾ ਕਰਮ ਵਾਲਾ, ਮੈਂ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਦਾ। ਮੈਂ ਜਦੋਂ ਮੈਂ ਆ ਜਾਂਦੀ ਉਦੋਂ ਫਿਰ ਖਤਮ ਹੋ ਜਾਂਦਾ। ਤੋ ਉਸ ਵੇਲੇ ਦਰਵਾਜ਼ੇ ਤੇ ਗਏ ਤੇ ਜਾ ਕੇ ਕਹਿੰਦੇ ਸਤਿਗੁਰੂ ਆ ਜਾਈਏ। ਅੱਜ ਮਹਾਰਾਜ ਨੇ ਨਹੀਂ ਆਖਿਆ ਆ ਜਿਓ ਪਿਆਰਿਓ। ਮਹਾਰਾਜ ਕਹਿੰਦੇ ਕੌਣ? ਧਿਆਨ ਦਿਆ ਜੀ। ਮਹਾਰਾਜ ਕਹਿੰਦੇ ਕੌਣ? ਕਹਿੰਦੇ ਜੀ ਮੈਂ। ਮਹਾਰਾਜ ਕਹਿੰਦੇ ਕਿਹੜੀ ਮੈਂ? ਕਹਿੰਦੇ ਜੀ ਮੈਂ ਤੁਹਾਡਾ ਆਨੰਦ ਲਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੇ ਜਾਣਦੇ ਨਹੀਂ ਕਿਸੇ ਆਨੰਦ ਲਾਲ ਨੂੰ। ਫਿਰ ਮਨ 'ਚ ਸੋਚਿਆ ਵੀ ਸਤਿਗੁਰੂ ਹੱਸਦੇ ਹੋਣੇ ਆ, ਪਰਿਕਰਮਾ ਕੀਤੀ ਖੈਮੇ ਦੀ ਚੁਬਾਰੇ ਦੀ। ਫਿਰ ਆ ਕੇ ਕਹਿੰਦੇ ਜੀ ਆ ਜਾਈਏ। ਮਹਾਰਾਜ ਕਹਿੰਦੇ ਕੌਣ? ਕਹਿੰਦੇ ਜੀ ਮੈਂ ਤੁਹਾਡਾ ਆਨੰਦ ਲਾਲ, ਤੁਹਾਡਾ ਪਿਆਰਾ ਕਵੀ ਰਾਜ, ਰੋਜ਼ ਆਉਣਾ ਏ। ਮਹਾਰਾਜ ਕਹਿੰਦੇ ਅਸੀਂ ਕਿਸੇ ਕਵੀ ਨੂੰ ਜਾਣਦੇ ਹੀ ਨਹੀਂ। ਤੀਜੀ ਵਾਰੀ ਅਹਿਸਾਸ ਹੋਇਆ ਕੋਈ ਨਾ ਕੋਈ ਗਲਤੀ ਹੋ ਰਹੀ ਮੇਰੇ ਤੋਂ। ਤੁਹਾਰੇ ਸੱਚੇ ਪਾਤਸ਼ਾਹ ਤੀਜੀ ਵਾਰ ਆ ਕੇ ਕਹਿੰਦੇ ਸਤਿਗੁਰੂ ਆ ਜਾਈਏ। ਗੁਰੂ ਗੋਬਿੰਦ ਸਿੰਘ ਕਹਿੰਦੇ ਕੌਣ? ਕਹਿੰਦਾ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਹਜ਼ੂਰ ਪਾਤਸ਼ਾਹ ਹੱਸ ਪਏ। ਕਹਿੰਦੇ ਫਿਰ ਜੇ ਤੂੰ ਹੀ ਤੂੰ ਤੇ ਫਿਰ ਬੂਹੇ ਖੁੱਲੇ ਹੀ ਆ। ਸਤਿਨਾਮ ਸ੍ਰੀ। ਕਹਿੰਦੇ ਮਹਾਰਾਜ ਅੱਜ ਕੀ ਗਲਤ ਕੀਤਾ? ਕਹਿੰਦੇ ਪਿਆਰਿਆ ਜਦੋਂ ਮੈਂ ਆ ਜਾਂਦੀ ਉਦੋਂ ਗੁਰੂ ਤਾਂ ਰਿਸ਼ਤਾ ਟੁੱਟ ਜਾਂਦਾ ਸਿੱਖ ਦਾ। ਕਿਉਂਕਿ ਮੈਂ ਨਹੀਂ ਲਿਆਉਣੀ, ਸਰੀਰ ਵੀ ਉਹਦਾ, ਸਵਾਸ ਵੀ ਉਹਦੇ, ਪਰਿਵਾਰ ਵੀ ਉਹਦਾ, ਧਰਤੀ ਵੀ ਉਹਦੀ, ਆਕਾਸ਼ ਵੀ ਉਹਦਾ, ਤਾਰੇ ਵੀ ਉਹਦੇ, ਸੂਰਜ ਵੀ ਉਹਦਾ। ਤੇਰਾ ਕੀ ਹੋਇਆ? ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ। ਕਹਿੰਦੇ ਧਰਤੀ ਸਾਧੂਆਂ ਵਾਸਤੇ ਰੱਬ ਨੇ ਬਣਾਈ, ਆਪਾਂ ਤਾਂ ਚੋਰ ਆ। ਤਸਕਰ ਕਹਿੰਦੇ ਚੋਰ ਨੂੰ। ਕਹਿੰਦੇ ਚੋਰਾਂ ਨੇ ਆ ਕੇ ਕਬਜ਼ਾ ਕਰ ਲਿਆ, ਰਜਿਸਟਰੀਆਂ ਕਰਾ ਲਈਆਂ। ਮੇਰੀ 25 ਕਿੱਲੇ ਰਜਿਸਟਰੀ, ਮੇਰੀ 50 ਮਰਲਿਆਂ 'ਚ ਕੋਠੀ ਰਜਿਸਟਰੀ। ਮਾਰੇ ਕਹਿੰਦੇ ਉਹ ਝੂਠਿਆ, ਤੇਰਾ ਤਾਂ ਸਰੀਰ ਵੀ ਆਪਣਾ ਨਹੀਂ ਹੋਏ। ਇਹ ਵੀ ਤੈਨੂੰ 4 ਦਿਨ ਮਿਲਿਆ, ਕਰ ਬੰਦੇ ਤੂੰ ਤੇ ਤੂੰ ਕਿਦੋਂ। ਜਦੋਂ ਹੁਣ ਇੱਦਾਂ ਦੀ ਵਿਚਾਰ ਸੁਣੀਏ ਤੇ ਬੰਦੇ ਦਾ ਅੰਦਰ ਸੱਚਮੁੱਚੇ ਜਾਗਦਾ ਏ ਕਿ ਵਾਕਈ ਮੈਂ ਬਾਹਾਂ ਮਾਰ ਕੇ ਕਹਿੰਦਾ ਮੇਰਾ ਘਰ, ਮੇਰੇ ਬੱਚੇ, ਮੇਰਾ ਪਰਿਵਾਰ। ਪਰ ਗੁਰਬਾਣੀ ਕਹਿੰਦੀ ਤੇਰਾ ਕੱਖ ਨਹੀਂ, ਤੂੰ ਤੂੰ ਕਰਿਆ ਕਰ। ਜਿਹਨੂੰ ਮਾਰੇ ਕਹਿੰਦੇ ਜ਼ਮੀਂ ਤੂੰ ਹੀ, ਜ਼ਮਾਂ ਤੂੰ ਹੀ, ਮੱਕੀ ਤੂੰ ਹੀ, ਮਕਾਨ ਤੂੰ ਹੀ, ਅਭੈ ਤੂੰ ਹੀ, ਜੈ ਤੂੰ ਹੀ। ਤਾਂ ਗਰੀਬ ਨਵਾਜ ਤੂੰ ਹੀ, ਤੂੰ ਹੀ। ਅਕਾਲ ਉਸਤਤ ਦੇ ਵਿੱਚ ਗਾਉਂਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ। ਤੋ ਇਸ ਕਰਕੇ ਉਸ ਤੂੰ ਹੀ ਤੂੰ ਦੀ ਕਥਾ ਚੱਲ ਰਹੀ ਹੈ। ਆਓ ਸਾਧ ਸੰਗਤ, ਕੱਲ ਸਰਵਣ ਕੀਤਾ ਸੀ ਮਹਾਰਾਜ ਜੀ ਮੱਝਾਂ ਚਾਰਨ ਜਾਂਦੇ ਗਾਵਾਂ। ਸਾਹਿਬ ਜੀ ਬੰਦਗੀ ਵਿੱਚ ਜੁੜ ਗਏ, ਸਤਨਾਮ ਸ੍ਰੀ ਵਾਹਿਗੁਰੂ ਦੇ ਜਾਪ ਵਿੱਚ ਜੁੜ ਗਏ। ਮੱਝਾਂ ਗਾਵਾਂ ਨੇ ਖੇਤ ਖਾਧਾ। ਰਾਹਕ ਨੇ ਸ਼ਿਕਾਇਤ ਕੀਤੀ ਰਾਏ ਬਲਾਰ ਦੇ ਕੋਲ। ਮਹਾਰਾਜ ਨੂੰ ਸੱਦਿਆ ਗਿਆ, ਕਟਹਿਰੇ ਦੇ ਵਿੱਚ ਖਿਲਾਰਿਆ ਗਿਆ, ਗਵਾਹ ਸੱਦੇ ਗਏ। ਜਦੋਂ ਖੇਤ ਨੂੰ ਵੇਖਿਆ ਗਿਆ ਤੇ ਖੇਤ ਦੂਜਿਆਂ ਖੇਤਾਂ ਨਾਲੋਂ ਵੀ ਹਰਿਆ ਭਰਿਆ। ਧੰਨ ਮੇਰੇ ਗੁਰੂ ਨਾਨਕ ਸਾਹਿਬ ਨੂੰ ਭਾਵਨਾ ਦੇ ਨਾਲ ਰਾਏ ਬਲਾਰ ਨੇ ਆਖਿਆ ਬਾਬਾ ਮਾਫ ਕਰੀ, ਮੈਂ ਤੈਨੂੰ ਐਵੇਂ ਸਾਰਾ ਦਿਨ ਖਲਾ ਕਰ ਛੱਡਿਆ। ਤੇ ਨਾਲ ਹੀ ਨੇਤਰ ਭਰੇ ਤੇ ਘਰ ਵਾਲੀ ਕਹਿੰਦੀ ਰਾਏ ਬਲਾਰ ਨੂੰ ਸਾਈਂ ਮੇਰੇ ਸ਼ੌਹਰ, ਮੇਰੇ ਖਵੰਦ, ਅੱਜ ਪਹਿਲੀ ਵਾਰ ਤੁਹਾਨੂੰ ਇੰਨਾ ਮਾਯੂਸ ਦੇਖਿਆ, ਕੀ ਗੱਲ ਹੈ? ਕਹਿੰਦੇ ਸੱਚ ਜਾਣੀ ਭਗਵਾਨ ਨੇ ਆ ਜਿਹੜਾ ਬੱਚਾ ਹੈ ਨਾ ਪਟਵਾਰੀ ਦਾ, ਲੋਕਾਂ ਦੀਆਂ ਨਜ਼ਰਾਂ 'ਚ ਤੇ ਲੋਕੀ ਇਹਨੂੰ ਨਾਨਕ ਬਰਾਨਾ ਕਹਿੰਦੇ ਆ, ਮਸਤਾਨਾ ਕਹਿੰਦੇ ਆ। ਕੋਈ ਕਹਿੰਦਾ ਇਹਨੂੰ ਕੁਝ ਚਿੰਬੜ ਗਿਆ, ਪੜ੍ਹਦਾ ਲਿਖਦਾ ਨਹੀਂ। ਪਰ ਜਦੋਂ ਮੈਂ ਇਹਦੇ ਵੱਲ ਵੇਖਣਾ ਹੈ ਨਾ, ਮੈਨੂੰ ਤਾਂ ਇੱਦਾਂ ਲੱਗਦਾ ਕੋਈ ਖੁਦਾ ਦਾ ਨੂਰ ਹੀ ਹੈ। ਆਖੋ ਸਤਿਨਾਮ। ਇਸ ਕਰਕੇ ਸਾਧ ਸੰਗਤ ਮਹਾਰਾਜ ਸਾਹਿਬ ਜੀ ਘਰ ਗਏ। ਘਰੇ ਜਾ ਕੇ ਦੁੱਧ ਪਾਣੀ ਛਕਿਆ, ਮੱਖਣ ਖਾਧਾ, ਮਾਂ ਦਾ ਬਣਾਇਆ ਹੋਇਆ। ਆਖੋ ਸਤਿਨਾਮ।
ਮਾਂ ਮਰੇ ਤੇ ਪੇਕੇ, ਪਿਓ ਮਰੇ ਘਰ, ਸ਼ਾਲਾ ਮਰਨ ਨਾ ਵੀਰ ਕਿਸੇ ਦੇ, ਉਜੜ ਜਾਂਦਾ ਮੇਲਾ। ਵੈਸੇ ਆ ਰੱਖੜੀ ਚਲੋ ਬੰਨ੍ਹਦੇ ਹੋ, ਪਰ ਮੈਂ ਕੋਈ ਵਿਦਵਾਨ ਵੀ ਜਾਂ ਕੋਈ ਦਿਲੀ ਗੱਲ ਕਰਨ ਲੱਗਾ ਹੈ ਵੀ ਇਹ ਦਿਲ ਵੀ ਦਿਖਾਉਂਦੀ ਰੱਖੜੀ। ਇਹ ਸਾਡਾ ਤਿਉਹਾਰ ਤਾਂ ਕਰਕੇ ਨਹੀਂ ਕਿਉਂਕਿ ਥੋੜ੍ਹਿਆਂ ਘਰਾਂ ਦੇ ਵਿੱਚ ਤਾਂ ਖੁਸ਼ੀ ਲਿਆਉਂਦੀ, ਬਾਕੀਆਂ ਨੂੰ ਰਵਾਉਂਦੀ ਹੈ। ਕਿਉਂਕਿ ਰੱਬ ਨਾ ਕਰੇ ਕਿਤੇ 3 ਭੈਣਾਂ ਉਹਨਾਂ ਦਾ ਵੀਰ ਹੀ ਨਹੀਂ, ਫਿਰ ਉਹਨਾਂ ਦਾ ਅੰਦਰ ਰੋਂਦਾ ਕਿ ਰੱਬਾ ਸਾਰੇ ਬੰਨ੍ਹਦੇ ਮੈਂ ਵੀ ਬੰਨ੍ਹਦੀ। ਇਸ ਕਰਕੇ ਮਹਾਰਾਜ ਨੇ ਐਸਾ ਕੰਮ ਕੀਤਾ ਹੀ ਨਹੀਂ। ਮਹਾਰਾਜ ਕਹਿੰਦੇ ਨੇ ਉਹ ਦਿਲਾਂ ਦੇ ਅੰਦਰ ਵਸਣ ਵਾਲਾ ਹੈ, ਤੇ ਜਦੋਂ ਕਿਸੇ ਦਾ ਦਿਲ ਹੀ ਦੁਖਿਆ ਫਿਰ ਇਹ ਸਾਡਾ ਤਿਉਹਾਰ ਨਹੀਂ ਹੋ ਸਕਦਾ। ਕਿਉਂਕਿ ਮਹਾਰਾਜ ਨੇ ਬੱਚੀ ਨੂੰ ਵੀ ਬੱਚੇ ਜਿੰਨਾ ਦਰਜਾ ਦਿੱਤਾ, ਇਸ ਕਰਕੇ ਜਿਨ੍ਹਾਂ ਦੇ ਨਹੀਂ ਉਹਨਾਂ ਦੀਆਂ ਅੱਖਾਂ ਭਰਦੀਆਂ ਏ ਉਹਨਾਂ ਦੇ ਅੰਦਰ। ਤੇ ਨਾਲ ਆਪਾਂ ਕਹਿੰਦੇ ਭੈਣ ਮੇਰੀ ਰੱਖੜੀ ਬੰਨ੍ਹ ਕੇ ਗਈ, ਮੇਰੀ ਰੱਖਿਆ ਕਰੂਗੀ। ਮਾਫ ਕਰਿਓ, ਕਈ ਭੈਣਾਂ DSP ਲੱਗੀਆਂ, SHO ਲੱਗੀਆਂ, SSP ਲੱਗੀਆਂ, ਉਹ ਤਾਂ ਸਾਰੇ ਜ਼ਿਲ੍ਹੇ ਦੀ ਰੱਖਿਆ ਕਰਦੀਆਂ, ਉਹਨਾਂ ਦੀ ਰੱਖਿਆ ਕੌਣ ਕਰੂਗਾ। ਇਸ ਕਰਕੇ ਮਾਰੇ ਕਹਿੰਦੇ ਧਾਗਾ ਨਹੀਂ ਰੱਖਿਆ ਕਰਦਾ ਹੁੰਦਾ, ਰੱਖਿਆ ਕਰਦਾ ਗੁਰੂ ਦਾ ਸ਼ਬਦ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ। ਇਸ ਕਰਕੇ ਦੁਨਿਆਵੀ ਰੀਤੀ ਹੈ ਕਿਤੇ ਚੱਲੀ ਹੈ, ਪੁਰਾਣੇ ਧਰਮਾਂ ਤੋਂ ਸਿੱਖ ਧਰਮ ਦੇ ਵਿੱਚ ਬਹੁਤੀ ਇਹਦੀ ਥਾਂ ਨਹੀਂ ਹੈ। ਬਾਕੀ ਮੁਬਾਰਕ ਹੈ, ਕਿਸੇ ਨੇ ਦਿਲ ਤੇ ਨਹੀਂ ਲਾਉਣਾ। ਜੇ ਕੋਈ ਧੀ ਭੈਣ ਆਸ ਨਾ ਆਉਂਦੀ ਇਹਨੂੰ ਪਿਆਰ ਜ਼ਰੂਰ ਦਿਓ। ਨਾਲ ਹੀ ਇਹ ਵੀ ਕਹਿ ਦਿਓ ਭੈਣੇ ਧਾਗਾ ਨਹੀਂ, 2-4 ਸੁਖਮਣੀ ਸਾਹਿਬ ਪੜ੍ਹੀ ਮੇਰੇ ਵਾਸਤੇ, ਚੌਪਈ ਸਾਹਿਬ ਪੜ੍ਹਦੀ, 25 ਪਾਠ ਅਰਦਾਸ ਕਰਦੀ, ਮਹਾਰਾਜ ਮੈਨੂੰ ਬੁਕਾਰਾਂ ਤੋਂ ਬਚਾਉਣ, ਆਪਣੇ ਚਰਨਾਂ ਦੇ ਨਾਲ ਲਾਉਣ। ਐਸੇ ਧਾਗੇ ਗੁਰੂ ਨਾਨਕ ਨੇ ਪਵਾਏ, ਪੰਡਤਾਂ ਨੂੰ ਪਵਾਤੇ ਸਾਰਿਆਂ ਨੂੰ। ਕਹਿੰਦੇ ਐਸਾ ਧਾਗਾ ਪਾਓ ਜਿਹੜਾ ਨਾ ਟੁੱਟੇ, ਨਾ ਮਲ ਲੱਗੇ, ਨਾ ਇਹੋ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਂਧਾ ਜਿੱਤਿਆ, ਮੁੱਲਾ ਨੂੰ ਜਿੱਤਿਆ, ਗੋਪਾਲ ਨੂੰ ਜਿੱਤਿਆ, ਹਰਦਿਆਲ ਨੂੰ ਜਿੱਤਿਆ, ਤੇ ਅੱਜ ਰਾਏ ਬਲਾਰ ਨੂੰ ਵੀ ਜਿੱਤ ਲਿਆ। ਸਾਰੇ ਪਾਸੇ ਬਾਬਾ ਜਿੱਤਾਂ ਪਾਉਂਦਾ ਪਾਉਂਦਾ ਹੁਣ ਅਧਿਆਏ 11ਵਾਂ ਸ਼ੁਰੂ ਹੁੰਦਾ ਹੈ। ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸੋਈਆ ਕਰ ਬੰਦ ਉਬੈ ਕਰ ਬੰਦ ਗੁਰੂ, ਵਾਹਿਗੁਰੂ ਸੁਖ ਕੰਦ ਸਦਾ ਦੁਖ ਦੰਦ ਨਿਕੰਦੂ। ਹੇ ਸੁੱਖਾਂ ਦੇ ਦਾਤੇ, ਸਾਰੇ ਹੱਥ ਜੋੜ ਕੇ ਆਖੋ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਉੱਚੀ ਕਹੋ ਸਾਰੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਗੁਰੂ ਸੱਚੇ ਪਾਤਸ਼ਾਹ। ਤੁਸੀਂ ਦੁੱਖਾਂ ਤੇ ਕਲੇਸ਼ਾਂ ਨੂੰ ਕੱਟਣ ਵਾਲੇ ਹੋ। ਅੱਜ ਮੇਰੇ ਘਰ ਦੇ ਵਿੱਚ ਬਹੁਤ ਦੁੱਖ ਬਾਬਾ ਨਾਨਕਾ, ਬੜੇ ਕਲੇਸ਼ ਹੈ, ਦਿਨੇ ਰਾਤ ਕਲੇ ਹੀ ਰਹਿੰਦੀ ਮੇਰੇ ਘਰ, ਦੁੱਖਾਂ ਨੇ ਘੇਰੇ ਪਾਏ ਹੋਏ ਆ। ਹੈ ਗੁਰੂ ਨਾਨਕ ਸਾਹਿਬ ਕਰ ਬੰਦ ਉਬੈ ਕਰ ਬੰਦ ਗੁਰੂ। ਇਹ ਮਹਾਰਾਜ ਮੈਂ ਤੇਰੇ ਅੱਗੇ ਹੱਥ ਜੋੜਦਾ ਹੈ, ਸੁਖ ਕੰਦ ਸਦਾ ਦੁਖ ਦੰਦ ਨਿਕੰਦਨ। ਮਹਾਰਾਜ ਮੈਂ ਨਮਸਕਾਰ ਕਰਦਾ ਹਾਂ, ਕਿਰਪਾ ਕਰਕੇ ਮੇਰੇ ਦੁੱਖ ਕਲੇਸ਼ ਕੱਟ ਦਿਓ। ਅਰਵਿੰਦ ਪਦਮ ਮਨ ਹੋ ਮਲੰਦ ਜਮੋ ਕਮੂਲ ਵਿਨਾਸ਼ ਬਿਲੰਦੂ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਮੂਲ ਹੋ, ਤੁਹਾਡੇ ਚਰਨਾਂ ਕਮਲਾਂ ਦਾ ਆਸਰਾ ਹੈ। ਤੁਸੀਂ ਬਹੁਤ ਤਗੜੇ ਹੋ। ਜਿਸ ਤਰ੍ਹਾਂ ਤਾਰਿਆਂ ਰੂਪੀ ਦੁੰਬ ਨੂੰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਸੂਰਜ ਚੜ੍ਹਦਾ ਹੈ ਤੇ ਤਾਰੇ ਜਿਹੜੇ ਉਹ ਲੁਕ ਜਾਂਦੇ ਹੈ, ਇਸੇ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਤੇਰਾ ਨਾਮ ਜਦੋਂ ਕੋਈ ਲੈਂਦਾ ਹੈ ਨਾ, ਤੈਨੂੰ ਯਾਦ ਕਰਦਾ ਹੈ, ਤੇ ਉਹਦੇ ਫਿਰ ਜਿੰਨੇ ਵੀ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ। ਸਤਿਗੁਰੂ ਮਹਾਰਾਜ ਤੁਸੀਂ ਚੰਦਰਮਾ ਦੀ ਤਾਂ ਸੀਤਲਾ ਦੇਣ ਵਾਲੇ ਹੋ, ਠੰਡ ਵਰਤਾਉਣ ਵਾਲੇ ਹੋ। ਪੂਰਨਵਾਸੀ ਵਾਲੀ ਰਾਤ ਨੂੰ ਪੂਰਾ ਚੰਦਰਮਾ ਹੈ, ਰਾਤ ਥੋੜ੍ਹੀ ਜਿਹੀ ਠੰਡੀ ਹੁੰਦੀ ਹੈ। ਬੰਦਗੀ ਵਾਲੀਆਂ ਰੂਹਾਂ ਜਦੋਂ ਚੌਂਕੜੇ ਮਾਰਦੀਆਂ ਨੇ, ਤਾਂ ਉਸ ਵੇਲੇ ਬਾਬਾ ਕਬੀਰ ਸਾਹਿਬ ਜੀ ਵਰਗੇ ਮਹਾਂਪੁਰਖ ਕਹਿੰਦੇ ਕਬੀਰ ਪ੍ਰਭਾਤੇ ਤਾਰੇ ਖਿਸੈ। ਕਬੀਰ ਜੀ ਕਹਿੰਦੇ ਮੈਂ ਸਾਰੀ ਰਾਤ ਬੰਦਗੀ ਕਰਦਾ ਰਿਹਾ, ਸਾਰੀ ਰਾਤ ਸਿਮਰਨ ਕਰਦਾ ਰਿਹਾ, ਸਾਰੀ ਰਾਤ ਪਿਆਰੇ ਦੀਆਂ ਗੱਲਾਂ ਕਰਦਾ ਰਿਹਾ, ਪਰ ਸੱਚ ਜਾਣਿਓ ਅੱਜ ਆਪਣੇ ਕੋਲ ਮੋਬਾਈਲ ਹੈ, ਤੇ ਮੇਰੇ ਕੋਲ ਵੀ ਹੈ। ਕਈ ਵਾਰੀ ਬੰਦਾ ਕੋਈ ਮੂਵੀ ਜਾਂ ਕੁਝ ਵੇਂਦਾ ਰਾਤ ਦਾ 1 ਵਜਾ ਦਿੰਦਾ, ਤੇ ਇਹ ਜਿਹੜੀ ਮੂਵੀ ਦਾ ਦਿਮਾਗ ਖਰਾਬ ਕਰ ਦਿੰਦੀ, ਅੱਖਾਂ ਵੀ।
ਉਹੀ ਕਿਤੇ ਤੁਸੀਂ ਯਤਨ ਕਰਿਓ ਵੀ ਰਾਤ ਜਦੋਂ ਟਿਕੀ ਹੋਵੇ ਨਾ, ਕਿਤੇ 2-2.5 ਘੰਟੇ ਮੂਲ ਮੰਤਰ ਕਰਕੇ ਵੇਖਿਓ। ਆਪਣੀ ਛੱਤ ਦੇ ਉੱਪਰ ਬਹਿ ਜਿਓ ਜਿੱਥੇ ਵਾਤਾਵਰਨ ਸਵਾਇਆ ਹੋਵੇ, ਕੋਈ ਬੱਲੀ ਵਿਛਾ ਲਿਓ, ਬੋਰੀ ਵਿਛਾ ਲਿਓ, ਤੇ ਪ੍ਰੇਮ ਨਾਲ ਪੜਿਓ। ਲਗਾਤਾਰ 10-15 ਦਿਨ ਇਦਾਂ ਕਰਕੇ ਵੇਖਿਓ, ਤੁਹਾਡੀ ਜ਼ਿੰਦਗੀ 'ਚ ਰਾਸ ਆ ਜਾਏਗਾ। ਤੁਹਾਨੂੰ ਸਾਰਾ ਕੁਝ ਐਂ ਲੱਗੇਗਾ ਜਿਵੇਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਆ ਜਿਹੜਾ ਸੜਿਆ ਪਿਆ ਨਾ ਅੰਦਰ, ਦੁੱਖਾਂ ਝੋਰਿਆ, ਚਿੰਤਾ ਨਾਲ ਧੱਕੇ ਜਿਹਨਾਂ ਡਿੱਗਦੇ ਜੇ ਫਿਰਦੇ ਸਾਰੇ, ਤੁਰਦਿਆ ਨਹੀਂ ਜਾਂਦਾ, ਧੱਕੇ ਹੀ ਖਾਂਦੇ ਆ। ਤੋ ਇਹ ਜੀਵਨ ਜਿਹੜਾ ਹੈ ਉੱਠਣ ਲੱਗ ਪਏਗਾ, ਨੱਚਣ ਲੱਗ ਪਏਗਾ। ਤੋ ਕਬੀਰਾਜ ਜੀ ਕਹਿੰਦੇ ਨੇ, ਹੇ ਮੇਰੇ ਗੁਰੂ ਨਾਨਕ, ਜਿੱਦਾਂ ਚੰਦਰਮਾ ਦੀ ਚਾਨਣੀ ਠੰਡ ਵਰਤਾਉਂਦੀ, ਤੇਰਾ ਜਸ ਠੰਡ ਵਰਤਾਉਂਦਾ ਹੈ। ਤੇਰਾ ਜਸ ਜਿਹੜਾ ਹੈ ਉਹ ਮਾਰੇ ਸੱਚੇ ਪਾਤਸ਼ਾਹ ਜੀ ਠੰਡ ਵਰਤਾਉਂਦਾ ਹੈ, ਪਿਆਰ ਕਰਦਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਦਾਤੇ ਮੇਰੇ ਸਤਿਗੁਰੂ ਬਾਬਾ ਕਬੀਰ ਸਾਹਿਬ ਕਹਿੰਦੇ, ਮੈਂ ਸਾਰੀ ਰਾਤ ਜਪਿਆ ਵਾਹਿਗੁਰੂ 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 ਕਬੀਰ ਸਾਹਿਬ ਕਹਿੰਦੇ, ਇੱਕ ਕੌਤਕ ਵੇਖਿਆ ਸੰਗਤ ਜੀ, ਜਦੋਂ ਮੈਂ ਜਪਦਾ ਜਪਦਾ ਤੇ ਦਿਨ ਚੜ੍ਹਨਾ ਸ਼ੁਰੂ ਹੋਇਆ, ਕਹਿੰਦੇ ਮੈਂ ਆਕਾਸ਼ ਵੱਲ ਦੇਖਿਆ ਤੇ ਮੇਰੇ ਵੇਂਦਿਆਂ ਵੇਂਦਿਆਂ ਤਾਰੇ ਅਲੋਪ ਹੋ ਗਏ। ਉਹ ਤਾਰੇ ਨਹੀਂ ਸੀ, ਮੈਂ ਆਪਣੀ ਨਜ਼ਰ ਨਾਲ ਵੇਖਿਆ, ਉਹ ਮੇਰੀ ਭੈਣ ਭਰਾ ਸੀ, ਮੇਰੀਆਂ ਮਾਸੀਆਂ ਚਾਚੀਆਂ। ਜਿਹੜੀ ਸੰਗਤ ਸੀ, ਕਿੰਨੇ ਜਾਣੇ ਦੁਨੀਆ ਤੋਂ ਤੁਰ ਗਏ ਸੰਗਤ ਜੀ, ਕਿੰਨਿਆਂ ਦੇ ਭੋਗ ਆਪਾਂ ਵੇਖ ਕੇ ਆਏ। ਕਹਿੰਦੇ ਕਬੀਰ ਜਿਉਂ ਪ੍ਰਭਾਤੇ ਤਾਰੇ ਖਿਸੈ, ਕਹਿੰਦੇ ਜਿੱਦਾਂ ਅੰਮ੍ਰਿਤ ਵੇਲਾ ਹੋਇਆ ਤੇ ਤਾਰੇ ਗਵਾਚ ਗਏ, ਇੱਦਾਂ ਹੀ ਮੇਰੇ ਭੈਣ ਭਰਾ ਕਿੰਨੇ ਜਿਹੜੇ ਲੱਭਦੇ ਨਹੀਂ ਅੱਜ, ਯਾਦਾਂ ਹੀ ਆਉਂਦੀਆਂ ਉਹਨਾਂ ਦੀਆਂ, ਪਰ ਕਿੱਥੇ ਹੈ। ਕਹਿੰਦੇ ਇਹ 2 ਅੱਖਰ ਨਾ ਖਿਸੈ ਜੋ ਗੈ ਰਿਓ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਵੇਖਿਆ ਸਾਰਾ ਕੁਝ ਮੇਰੇ ਵੇਂਦਿਆਂ ਵੇਂਦਿਆਂ ਗਵਾਚ ਗਿਆ। ਮੇਰੀ ਮਾਂ ਗਵਾਚ ਗਈ ਜਿਹੜੀ ਮੈਨੂੰ ਗੋਦੀ 'ਚ ਬਿਠਾਉਂਦੀ ਸੀ, ਮੇਰਾ ਪਿਓ ਗਵਾਚ ਗਿਆ ਜਿਹੜਾ ਮੈਨੂੰ ਮੋਢਿਆਂ ਤੇ ਚੱਕਦਾ ਹੁੰਦਾ ਸੀ, ਮੇਰੀ ਭੈਣ ਗਵਾਚ ਗਈ ਜਿਹੜੀ ਮੈਨੂੰ ਰੱਖੜੀ ਬੰਨ੍ਹਣ ਆਉਂਦੀ ਸੀ, ਮੇਰੇ ਭਰਾ ਗਵਾਚ ਗਏ, ਮੇਰਾ ਕਿੰਨਾ ਕੁਝ ਗਵਾਚ ਗਿਆ। ਪਰ ਇੱਕੋ ਗੱਲ ਦੁਨੀਆ ਦੇ ਲੋਗੋ ਤੁਹਾਨੂੰ ਕਹਿ ਜਾਣਾ ਏ, 2 ਅੱਖਰ ਰਹਿਣੇ ਜੇ ਧਰਤੀ ਤੇ, ਵਾਹ ਗੁਰੂ ਰਾਮ ਅੱਲਾ। ਇਹ 2 ਅੱਖਰ ਨਾ ਖਿਸੈ, ਇਹ ਦੁਨੀਆ ਦੇ ਉੱਤੇ ਜੁਗੋ ਜੁਗਾ ਟਲ ਜੇ, ਬਾਕੀ ਸਾਰਾ ਕੁਝ ਗਵਾਚ ਜਾਣਾ। ਆਹ ਤਣ ਜਿਹੜਾ ਸੋਹਣੇ ਸੋਹਣੇ ਹੱਥ ਪੈਰ ਇੱਕ ਦਿਨ ਲੱਭਣੇ ਨਹੀਂ, ਫੋਟੋਆਂ 'ਚ ਕੈਦ ਹੋ ਜਾਣਾ ਆਪਾਂ ਸਾਰਿਆਂ ਨੇ ਜੀ, ਯਾਦਾਂ ਰਹਿ ਜਾਣੀਆਂ। ਤੋ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਜੀ ਤੇਰੀ ਬੰਦਗੀ ਬੜੀ ਠੰਡ ਪਾਉਂਦੀ ਹੈ। ਤੇਰਾ ਜਸ ਜਦੋਂ ਸੁਣੀਦਾ ਤੇ ਅੰਦਰ ਐ ਨੱਚ ਉੱਠਦਾ ਕਿ ਸਤਿਗੁਰੂ ਠੰਡ ਪੈ ਗਈ। ਐਵੇਂ ਸੜਦੇ ਤਪਦੇ ਫਿਰਦੇ ਆ, ਆਨੰਦ ਆ ਗਿਆ ਹੈ। ਸੰਦਾਈ ਵਿਗਨ ਵਿਨਾਸ਼ਨ ਜੋ ਨਿਜ ਦਾਸਨ ਕੋ ਪਰਦਾਈ ਆਨੰਦੂ। ਮਹਾਰਾਜ ਜਿੱਦਾਂ ਭੌਰਾ ਫੁੱਲ ਦੇ ਵਿੱਚ ਜਾ ਕੇ ਮਕਰੰਦ ਚੂਸਦਾ ਏ, ਤੇ ਜਦੋਂ ਉਹਨੂੰ ਰਸ ਆਉਂਦਾ ਏ ਤੇ ਫਿਰ ਸਮਾਧੀ ਲੱਗ ਜਾਂਦੀ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠਾ। ਇਸੇ ਤਰ੍ਹਾਂ ਕਵੀਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਜਦੋਂ ਮੈਂ ਤੇਰਾ ਕਲਮ ਦੇ ਨਾਲ ਜਸ ਲਿਖਦਾ ਤੇਰੀ ਕਥਾ, ਤੇ ਮੈਨੂੰ ਇੰਨਾ ਕੁ ਆਨੰਦ ਆਉਂਦਾ ਹੈ। ਕਈ ਵਾਰੀ ਸਾਰੀ ਸਾਰੀ ਰਾਤ ਹੀ ਕਲਮ ਚੱਲਦੀ ਰਹਿੰਦੀ, ਮੈਂ ਥੱਕਦਾ ਹੀ ਨਹੀਂ ਹਾਂ। ਸਾਰੀ ਸਾਰੀ ਰਾਤ ਹੀ ਬੈਠਿਆ ਲੰਘੀ, ਪਤਾ ਕਦੋਂ ਲੱਗਾ ਜਦੋਂ ਦਿਨ ਚੜ ਗਿਆ। ਇਹਨੂੰ ਕਹਿੰਦੇ ਐਸੀ ਪ੍ਰੀਤ ਕਰੋ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਇਹ ਜਿਹੜੀ ਇੱਥੇ ਵੀ ਕੰਮ ਆਵੇ ਤੇ ਅੱਗੇ ਵੀ ਕੰਮ ਆਵੇ। ਦੋਹਰਾ ਸਤਿਗੁਰ ਲੀਲਾ ਲਲਿਤ ਇਉ ਕਰਤ ਬ੍ਰਿਦਤ ਜਗ ਕੰਤ। ਸੋ ਕਹਿੰਦੇ ਭਾਈ ਬਾਲਾ ਜੀ ਕਥਾ ਸੁਣਾ ਰਹੇ ਨੇ, ਮੇਰੇ ਗੁਰੂ ਅੰਗਦ ਸਾਹਿਬ ਸੁਣ ਰਹੇ ਨੇ ਖਡੂਰ ਸਾਹਿਬ। ਪਾਤਸ਼ਾਹ ਕਹਿੰਦੇ ਬਾਲਾ ਸੁਣਾ, ਬਹੁਤ ਆਨੰਦ ਆਉਂਦਾ ਗੁਰੂ ਦੀ ਕਥਾ ਸੁਣ ਕੇ, ਛੇਤੀ ਛੇਤੀ ਸੁਣਾ। ਮੇਰੇ ਨਾਨਕ ਦੀ ਕਥਾ ਮੈਂ ਸਾਰੀ ਸੁਣਨੀ ਹੈ, ਕਿਤੇ ਐਸਾ ਨਾ ਹੋਵੇ ਕਿ ਕਥਾ ਸਾਰੀ ਨਾ ਸੁਣਾਈ ਜਾਵੇ ਤੇ ਸਾਡਾ ਸਮਾਂ ਨੇੜੇ ਆ ਜੇ। ਜਿੱਦਾਂ ਕਈ ਵਾਰ ਆਪਾਂ ਕੋਈ ਫਿਲਮ ਕੁਛ ਵੇਖਦੇ, ਆਪਾਂ ਕਹੀਦਾ ਜੀ ਲਾਈਟ ਨਾ ਚੱਲ ਜੇ। ਹੁਣ ਤਾਂ ਚਲੋ ਮੋਬਾਈਲ ਚਾਰਜ ਹੋ ਜਾਂਦੇ, ਇੱਕ ਰਾਸੀ ਹੈ ਵੀ, ਪਹਿਲਾਂ ਕਹਿਣਾ ਵੀ ਕਿਤੇ ਬੱਤੀ ਨਾ ਚੱਲ ਜੇ।
ਬਿਜਲੀ ਨਾ ਕੱਟ ਹੋ ਜੇ, ਮੇਰਾ ਸੀਰੀਅਲ ਖਰਾਬ ਹੋ ਜਾਣਾ, ਕਿਉਂਕਿ ਰਸ ਹਰ ਇੱਕ ਚੀਜ਼ 'ਚ। ਇੱਦਾਂ ਹੀ ਮੇਰੇ ਗੁਰੂ ਅੰਗਦ ਸਾਹਿਬ ਕਹਿੰਦੇ ਕਿਤੇ ਆ ਜ਼ਿੰਦਗੀ ਰੂਪੀ ਬੱਤੀ ਨਾ ਬੁਝੇ, ਜਿਹਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੋਟੈ ਧੁੱਕਣ ਕੇਤਲਾ ਫਿਰ ਨੀਂਦੜੀ ਨਿਵਾਰ, ਜੋਦੇ ਲੱਦੇ ਗਾਣਵੇ ਗਏ ਵਿਲਾੜ ਵਿਲਾੜ। ਫਰੀਦਾ ਦੋ ਦੀਵੀ ਬੁਲੰਦਿਆਂ, ਆ ਦੋ ਦੀਵੇ ਅੱਖਾਂ ਦੇ, ਫਰੀਦਾ ਦੋ ਦੀਵੀ ਬੁਲੰਦਿਆਂ ਮਲਕ ਬੈਠਾਏ। ਕਹਿੰਦੇ ਮੇਰੇ ਅੱਖਾਂ ਦੇ ਸਾਹਮਣੇ ਮੌਤ ਦਾ ਫਰਿਸ਼ਤਾ ਆਇਆ। ਬਾਬਾ ਫਰੀਦ ਸਾਹਿਬ ਕਹਿੰਦੇ ਬਹਿ ਗਿਆ ਆ ਕੇ, ਮੈਨੂੰ ਕਹਿੰਦਾ ਚੱਲ ਚੱਲੀਏ। ਮੈਂ ਕਿਹਾ ਮੈਂ ਨਹੀਂ ਜਾਣਾ, ਅਜੇ ਤੇ ਮੈਂ ਪੋਤਰੇ ਵੇਖਣੇ ਆ, ਅਜੇ ਪੋਤੀਆਂ ਖਿਡਾਉਣੀਆਂ ਏ। ਫਰੀਦਾ ਦੋ ਦੀਵੀ ਬੁਲੰਦਿਆਂ, ਬੁਲੰਦਿਆਂ ਵੀ ਪਾਠ ਕਰਦੇ ਸਿੰਘ, ਬੁਲੰਦਿਆਂ ਵੀ ਬਿੰਦੀ ਲਾ ਕੇ, ਵੀ ਆਹ ਦੋ ਦੀਵੇ ਜਗਦੇ ਮੇਰੇ, ਇਹਨਾਂ ਦੇ ਸਾਹਮਣੇ ਮੌਤ ਆ ਕੇ ਬਹਿ ਗਈ। ਇਹਦਾ ਮਤਲਬ ਦਿਸਦੀ ਬੰਦੇ ਨੂੰ। ਕਹਿੰਦੇ ਦੋ ਦੀਵੀ ਬੁਲੰਦਿਆ ਮਲਕ ਬੈਠਾ, ਹਾਏ ਮੌਤ ਆ ਕੇ ਬਹਿ ਗਈ। ਕਹਿੰਦੀ ਚੱਲੀਏ ਫਿਰ। ਮੈਂ ਕਿਹਾ ਥੋੜੇ ਦਿਨ ਰਹਿਣ ਦੇ। ਕਹਿੰਦੀ ਨਹੀਂ ਬਾਪੂ ਚੱਲ ਚੱਲੀਏ। ਤੇ ਇਸ ਕਰਕੇ ਕਹਿੰਦੇ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ। ਕਹਿੰਦੇ ਉਹਨੇ ਫਿਰ ਮੌਤ ਨੇ ਮੇਰਾ ਸਾਰਾ ਕੁਝ ਲੁੱਟ ਰਿਹਾ, ਤੇ ਜਿਹੜੇ ਮੇਰੇ ਦੀਵੇ ਜਗਦੇ ਸੀ ਨਾ, ਜਾਂਦੀ ਜਾਂਦੀ ਮੇਰੇ ਦੀਵੇ ਵੀ ਬੁਝਾ ਗਈ। ਬਾਣੀ ਕਿੰਨਾ ਪਿਆਰ ਕਰਦੀ, ਜੇ ਕਿਤੇ ਸੁਣੀਏ ਤਾਂ ਇਹ ਨਾ ਹੋਵੇ ਵੀ ਧਰਾ ਦਿਓ ਤੇ ਬਾਬਾ ਇਕੱਲਾ ਹੀ ਪੜਦਾ ਰਹੇ। ਕਹਿੰਦੇ ਜਾਂਦੀ ਜਾਂਦੀ ਮੌਤ ਮੇਰੇ ਦੋਵੇਂ ਦੀਵਾਂ ਨੂੰ ਵੀ ਬੰਦ ਕਰ ਗਈ। ਭਾਵ ਅੱਖਾਂ ਬੰਦ ਹੋ ਜਾਂਦੀਆਂ ਨਾ ਫਿਰ, ਜਾਂ ਜਿੱਥੇ ਉੱਥੇ ਹੀ ਟਿਕ ਜਾਂਦੀਆਂ, ਕਰ ਦਿਆ ਕੇ ਨਾ ਹੱਥ ਫੇਰ ਕੇ ਫਿਰ ਮੀਟ ਦਿੰਦੇ ਐ। ਤੋ ਬਾਬਾ ਫਰੀਦ ਸਾਹਿਬ ਕਹਿੰਦੇ ਆਈ ਤੇ ਮੇਰਾ ਸਭ ਕੁਝ ਲੁੱਟ ਕੇ ਲੈ ਗਈ ਜੀ, ਤੇ ਜਾਂਦੀ ਜਾਂਦੀ ਮੇਰੇ ਦੀਵੇ ਵੀ ਬੁਝਾ ਗਈ ਜੇ। ਇਸ ਕਰਕੇ ਕਵੀ ਰਾਜ ਜੀ ਕਥਾ ਲਿਖ ਰਹੇ, ਕਹਿੰਦੇ ਬਾਲਾ ਜੀ ਸੁਣਾ ਰਹੇ, ਗੁਰੂ ਅੰਗਦ ਸਾਹਿਬ ਕਹਿੰਦੇ ਸੁਣਾ ਓਏ ਬਾਲਿਆ ਮੇਰੇ ਗੁਰੂ ਦੀ ਕਥਾ। ਕਹਿੰਦੇ ਜਿੱਦਾਂ ਬਸੰਤ ਦੇ ਵਿੱਚ ਕਲੀਆਂ ਖਿੜਦੀਆਂ, ਫੁੱਲ ਖਿੜਦੇ ਆ, ਬਾਬਾ ਨਾਨਕਾ ਤੇਰੀ ਕਥਾ ਸੁਣ ਕੇ ਅੰਦਰ ਹੀ ਖਿੜ ਜਾਂਦਾ, ਅੰਦਰ ਐਨ ਨੱਚ ਉੱਠਦਾ। ਇੰਨਾ ਆਨੰਦ ਤਾਂ ਕਦੇ ਕੋਈ 1 ਲੱਖ ਰੁਪਈਆ ਪਿਆਰ ਦੇ ਦੇ ਨਾ, ਉਹ ਵੀ ਚਿੰਤਾ ਪੈਦਾ ਕਰ ਦਿੰਦਾ ਵੀ ਇਹਨੂੰ ਰੱਖਣਾ ਕਿੱਥੇ ਹੈ, ਇਹਨੂੰ ਦੱਸਣਾ ਕਿਸੇ ਨੂੰ ਨਹੀਂ, ਕਿੱਦਾਂ ਵਰਤੂੰਗਾ, ਕੀ ਲਿਆਉਂ, ਚਿੰਤਾ ਇਕੱਠੀ ਹੋ ਜਾਂਦੀ ਫਟਾਫਟ। ਪਰ ਕਹਿੰਦੇ ਮਹਾਰਾਜ ਤੇਰਾ ਕਥਾ ਤੇਰੀ ਜਸ ਜਿਹੜੀ ਹੈ ਇਹ ਬੜਾ ਸੁੱਖ ਦਿੰਦੀ, ਸਰੋਤਾ ਜਨਾਂ ਨੂੰ ਬੜਾ ਆਨੰਦ ਆਉਂਦਾ ਹੈ। ਸੁੰਦਰ ਮ੍ਰਿਦਲ ਸਦਲ ਤਰ ਰਾਜੀ, ਬਰਨ ਬਰਨ ਬਰ ਉਪਮਾ ਚਾਜੀ। ਕਹਿੰਦੇ ਜੇ ਜਿਵੇਂ ਕਮਲ ਪੱਤੀਆਂ ਸਮੇਤ ਸ਼ੋਭਦਾ ਹੈ, ਤੇ ਉਹਦੀ ਰੰਗ ਬਰੰਗੀ ਜਿਹੜੀ ਉਪਮਾ ਹੈ ਮਹਾਰਾਜ ਸੱਚੇ ਪਾਤਸ਼ਾਹ ਬੜਾ ਸੋਹਣਾ ਹੈ। ਇਸੇ ਤਰ੍ਹਾਂ ਆਪ ਜੀ ਦਾ ਜਿਹੜਾ ਜਸ ਹੈ, ਆਪ ਜੀ ਦਾ ਪ੍ਰਤਾਪ ਹੈ, ਇਹ ਤਾਂ ਕਮਲ ਫੁੱਲ ਦੀ ਉਦਾਹਰਨ ਕਵੀ ਜੀ ਮੈਂ ਦੇ ਰਿਹਾ। ਕਮਲ ਤਾਂ ਕੁਛ ਵੀ ਨਹੀਂ, ਮੇਰੇ ਗੁਰੂ ਸਾਹਿਬ ਜੀ ਦਾ ਪ੍ਰਤਾਪ ਤਾਂ ਬਹੁਤ ਵੱਡਾ ਹੈ। ਪਰ ਇੱਥੇ ਭੌਰੇ ਜੇ ਸੰਗਤਾਂ, ਤੁਸੀਂ ਜਿੰਨੇ ਵੀ ਜਗਿਆਸੂ ਬੈਠੇ ਦੂਰੋਂ ਦੂਰੋਂ ਆ ਕੇ ਰਸ ਲੈ ਰਹੇ ਹੋ, ਤੇ ਮਹਾਰਾਜ ਜੀ ਕਮਲ ਰੂਪੀ ਹੋ ਕੇ ਤੁਹਾਨੂੰ ਰਸ ਵੰਡ ਰਹੇ ਹਨ। ਜਨ ਬਸੰਤ ਨਿਜ ਸੈਨ ਸ਼ੁਕਾਰੀ, ਜੀਤਨ ਜੇ ਬਿਰਹੀ ਨਰ ਨਾਰੀ। ਔਰ ਇਸੇ ਤਰ੍ਹਾਂ ਕਹਿੰਦੇ ਜਿੱਦਾਂ ਬਸੰਤ ਰੁੱਤ ਨੇ ਫੌਜ ਲਾਈ ਹੋਵੇ ਨਾ ਫੁੱਲਾਂ ਨੂੰ ਸ਼ਿੰਗਾਰਨ ਤੇ, ਵੀ ਸਾਰੇ ਦਰਖਤਾਂ ਦੇ ਉੱਤੇ ਫੁੱਲ ਹੀ ਫੁੱਲ ਹੋ ਜਾਂਦੇ ਆ, ਇਸ ਤਰ੍ਹਾਂ ਮੇਰੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਜਸ ਦੇ ਅੰਦਰ ਵੀ ਇੱਕ ਫੌਜ ਹੈ, ਇੱਕ ਸ਼ਹੀਦੀ ਫੌਜ ਹੈ। ਜਦੋਂ ਆਪ ਜੀ ਦੀ ਕਥਾ ਚੱਲਦੀ ਨਾ, ਵੈਸੇ ਬਚਨ ਹੋਇਆ ਸੀ ਜਦੋਂ ਮਹਾਰਾਜ ਜੀ ਨੇ ਕਥਾ ਉੱਥੇ ਦਮਦਮਾ ਸਾਹਿਬ ਪੜ੍ਹਾਈ ਨਾ, ਤੇ ਸੰਗਤਾਂ ਨੇ ਪੁੱਛਿਆ ਵੀ ਮਹਾਰਾਜ ਇਹ ਕਥਾ ਦਾ ਕੀ ਲਾਭ ਆ, ਇਹ ਕਾਹਤੋਂ ਤੁਸੀਂ ਪੋਥੀਆਂ ਦੇ ਚੱਲੇ, ਹੁਣ ਤਾਂ ਸਮਾਂ ਜਿਹੜਾ ਪਾਸਟ ਫਿਊਚਰ ਪ੍ਰੈਜ਼ੈਂਟ ਇਹ ਜਿਹੜਾ ਲੰਘ ਗਿਆ ਉਹਨੂੰ ਕੀ ਕਰਨਾ ਆਪਾਂ। ਅੱਜ ਵੀ ਕਈ ਜਿਹੜੇ ਹੁਣ ਪੜ੍ਹੇ ਲਿਖੇ ਉਹ ਕਹਿੰਦੇ ਇਹ ਬਾਬਾ ਜੀ ਇਹ ਕਥਾ ਤਾਂ 500 ਸਾਲ ਪਹਿਲਾਂ ਦੀ ਆ, ਇਹਨੂੰ ਅੱਜ ਕਾਹਤੋਂ ਸੰਗਤਾਂ ਨੂੰ ਸੁਣਾਉਂਦਾ ਹੈ। ਇਹੀ ਸਵਾਲ ਦਮਦਮ ਸਾਹਿਬ ਸਾਬੋ ਕੀ ਤਲਵੰਡੀ ਹੋਇਆ ਸੰਗਤੇ। ਮਹਾਰਾਜ ਨੂੰ ਕਹਿੰਦੇ ਜੀ ਹੁਣ ਜੰਗ ਹੋ ਗਏ, ਪੁੱਤ ਸ਼ਹੀਦ ਹੋ ਗਏ, ਬਾਬਾ ਨਾਨਕ ਦੀ ਬਾਲ ਲੀਲਾ, ਇਹ ਕਥਾ ਕਾਹਤੋਂ ਤੁਸੀਂ ਸੁਣ ਰਹੇ ਹੋ। ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਸੁਣ ਹਰ ਕਥਾ ਉਤਾਰੀ ਮੈਲ। ਕਹਿੰਦੇ ਗੁਰੂ ਦਾ ਜਸ ਇੰਨਾ ਪਵਿੱਤਰ ਹੁੰਦਾ, ਹਿਰਦੇ ਦਾ ਪਾਪ ਖਤਮ ਕਰ ਦਿੰਦਾ। ਤੇ ਮਹਾਰਾਜ ਕਹਿੰਦੇ ਨਾਲੇ ਬ੍ਰਹਮ ਗਿਆਨੀ ਸਦ ਜੀਵੈ ਸ਼ਹੀਦ, ਤੇ ਬ੍ਰਹਮ ਗਿਆਨੀ ਮਰਦੇ ਨਹੀਂ, ਅਮਰ ਹੁੰਦੇ ਐ। ਜਿੱਦਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਹੈ, ਅੱਜ ਵੀ ਜਿਹੜੇ ਸ਼ਰਧਾਵਾਨ ਨੇ ਉਹਨਾਂ ਨੂੰ ਦਰਸ਼ਨ ਹੁੰਦੇ ਹੈ। ਅੱਜ ਵੀ ਬਾਪੂ ਰਾਮਦਾਸ ਦੀ ਪਰਿਕਰਮਾ 'ਚ ਬਾਪੂ ਦੀਪ ਸਿੰਘ ਜੀ ਖੜੋਤੇ ਆ ਖੰਡਾ ਲੈ ਕੇ। ਸੱਚ ਹੈ ਜਿਹੜੇ ਅੱਜ ਵੀ ਪਿਆਰ ਮਾਣਦੇ ਨੇ, ਜਿਨ੍ਹਾਂ ਦੇ ਸਿਰ ਤੇ ਉਹਨਾਂ ਦੇ ਹੱਥ ਨੇ। ਜੇ 40 ਚਹਿਲ ਨਰ ਉਥੇ ਚਮਕੌਰ ਦੀ ਗੜੀ ਦੇ ਵਿੱਚ ਮਾਰੇ, ਕਹਿੰਦੇ ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ,
ਹਲਾਲ ਅਸਤ ਬੁਰਤਨ ਬਾ ਸ਼ਮਸ਼ੀਰ ਦਰਸ। ਉੱਥੇ ਤੇਗਾਂ ਤੇ ਹੱਥ ਪਏ 40 ਮਰਜੀਵੜਿਆਂ ਦੇ 10 ਲੱਖ ਫੌਜਾਂ ਦਾ ਮੁਕਾਬਲਾ ਕਰਾਇਆ। ਉੱਥੇ ਮਹਾਰਾਜ ਜੀ ਦੀਆਂ ਫੌਜਾਂ ਆਈਆਂ ਚਤਰੰਗਣੀਆਂ, ਨਿਹੰਗ ਸਿੰਘ ਸ਼ਹੀਦੀ ਫੌਜਾਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੋ ਕਥਾ ਚੱਲਿਆ ਕਰੂਗੀ ਸੰਗਤ ਆਵੇ ਨਾ ਆਵੇ, ਕੋਈ ਸੁਣੇ ਨਾ ਸੁਣੇ, ਪੁੱਤ ਕਥਾ ਕਰਿਆ ਕਰਿਓ। ਜਿਨ੍ਹਾਂ ਦੇਸ਼ ਵਾਸਤੇ ਸ਼ਹੀਦੀਆਂ ਦਿੱਤੀਆਂ ਨੇ, ਕੁਰਬਾਨੀਆਂ ਦਿੱਤੀਆਂ, ਉਹਨਾਂ ਦੀਆਂ ਰੂਹਾਂ ਅਮਰ ਹੋ ਗਈਆਂ ਤੇ ਆ ਕੇ ਕਥਾ ਸੁਣਦੀਆਂ। ਆਖੋ ਸਤਿਨਾਮ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਬਾਬਾ ਅਤਰ ਸਿੰਘ ਜੀ ਮਸਤੂਵਾਣੀ ਵਾਲੇ ਮਹਾਂਪੁਰਖ, ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਖ, ਬਾਬਾ ਪ੍ਰੇਮ ਸਿੰਘ ਜੀ ਵਰਗੇ ਮਹਾਂਪੁਰਖ, ਬਾਬਾ ਹਜ਼ਾਰਾ ਸਿੰਘ ਜੀ ਵਰਗੇ ਮਹਾਂਪੁਰਖ, ਜਿਨ੍ਹਾਂ ਨੇ ਸੰਗਤਾਂ ਨੂੰ ਦਰਸ਼ਨ ਵੀ ਕਰਾਏ। ਜਿਹੜੇ ਅਭਿਆਸੀ ਸੀ ਕਹਿੰਦੇ ਮਹਾਰਾਜ ਕਿੱਥੇ ਹੁੰਦੀਆਂ ਰੂਹਾਂ, ਦਿਖਾਓ, ਦਿਖਾਈਆਂ ਵੀ ਜੇ। ਇਸ ਕਰਕੇ ਆਪੋ ਆਪਣੀ ਭਾਵਨਾ ਹੁੰਦੀ ਹੈ। ਤਰਕ ਆ ਜੇ ਤੇ ਸਕੇ ਮਾਂ ਪਿਓ ਤੇ ਵੀ ਸ਼ੱਕ ਜਿਹਾ ਪੈ ਜਾਂਦਾ ਕਿ ਮੇਰੇ ਆ ਕਿਤੇ ਗੋਦੀ ਤੇ ਨਹੀਂ ਲਿਆ। ਤਰਕ ਨਹੀਂ ਆਉਣੀ ਚਾਹੀਦੀ, ਸ਼ਰਧਾ ਆਉਣੀ ਚਾਹੀਦੀ। ਸ਼ਰਧਾ ਵਿੱਚ ਸਭ ਕੁਝ ਹੈ। ਤੋ ਇਸ ਕਰਕੇ ਕਵੀ ਜੀ ਕਹਿੰਦੇ ਨੇ ਜਿੱਦਾਂ ਬਸੰਤ ਰੁੱਤ ਵਿੱਚ ਫੌਜ ਲਾਈ ਹੁੰਦੀ ਕੁਦਰਤ ਨੇ ਫੁੱਲਾਂ ਵਾਸਤੇ ਵੀ ਸ਼ਿੰਗਾਰ ਦਿਓ, ਇੱਦਾਂ ਮੇਰੇ ਸਤਿਗੁਰੂ ਮਹਾਰਾਜ ਜੀ ਸਾਡੀ ਜ਼ਿੰਦਗੀ ਸਵਾਰ ਦਿੰਦੇ ਹਨ। ਸਭ ਬਲਾਸ ਤੇ ਪਾਤ ਨਿਪਾਤੀ, ਫੂਲੇ ਫੂਲ ਲਾਲ ਪਲ ਭਾਤੀ। ਕਹਿੰਦੇ ਇਸ ਤਰ੍ਹਾਂ ਜਿਸ ਤਰ੍ਹਾਂ ਸਾਰੇ ਸ਼ਿਸ਼ਰੇ ਝੜ ਕੇ ਤੇ ਵਿੱਚੋਂ ਫੁੱਲ ਨਿਕਲਦਾ ਹੈ, ਭਾਵ ਜਿਹੜੇ ਉੱਪਰਲੇ ਪੱਤੇ ਉਹ ਡਿੱਗ ਪੈਂਦੇ ਸੁੱਕ ਕੇ, ਵਿੱਚੋਂ ਫੁੱਲ ਫਿਰ ਸੁਰਖ ਲਾਲ ਰੰਗ ਲੈ ਕੇ ਬੋਲੋ ਜੀ ਨਿਕਲਦਾ। ਉੱਥੇ ਮਹਾਰਾਜ ਕਹਿੰਦੇ ਤੈਨੂੰ ਕਾਮ ਕ੍ਰੋਧ ਲੋਭ ਦੇ ਸ਼ਿਸ਼ੜੇ ਜਿਹੜੇ ਇਹਨਾਂ ਨੇ ਘੇਰਿਆ ਏ, ਇਹ ਤੈਨੂੰ ਸਤਾਉਂਦੇ ਬਹੁਤ, ਧਿਆਨ ਨਹੀਂ ਟਿਕਦਾ ਤੇਰਾ। ਤੂੰ ਜਿੱਦਣ ਇਹ ਝੜ ਗਏ ਉਦਣ ਤੇਰੇ ਅੰਦਰੋਂ ਇੱਕ ਫੁੱਲ ਖਿੜਨਾ, ਉਹ ਜਿੰਨੇ ਮਹਿਕ ਦੇਣੀ ਆ, ਪਰ ਪਹਿਲਾਂ ਇਹਨਾਂ ਨੂੰ ਝਾੜਨਾ ਪੈਣਾ। ਇਹ ਬਹੁਤ ਬਲੀ ਆ ਪੰਜ ਸੂਰਮੇ। ਗੁਰਬਾਣੀ ਨੂੰ ਕਹਿੰਦੀ ਹੈ ਜਿਨ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ ਮਾਰੇ। ਕਹਿੰਦੇ ਕੋਈ ਬਹਾਦਰੀ ਆ, ਕੋਈ ਵੱਡਾ ਸੂਰਮਾ ਹੀ ਹੈ ਜਿਹੜਾ ਇਹਨਾਂ ਪੰਜਾਂ ਨੂੰ ਮਾਰ ਦੇ। ਪੰਜ ਕਿਹੜੇ ਜੀ? ਕਾਮ, ਕ੍ਰੋਧ, ਮਰਦੇ ਮੁਰਦੇ ਨਹੀਂ, ਮੈਂ ਵੀ ਤੁਹਾਨੂੰ ਸੁਣਾ ਹੀ ਦਿਆਂ, ਮਾਰਨੇ ਤੇ ਸਤਿਗੁਰੂ ਹੀ ਕਿਰਪਾ ਕਰਨਾ। ਇਹ ਬਹੁਤ ਤੇਜ਼ ਸੂਰਮੇ, ਇਹਨਾਂ ਤੇ ਫਤਿਹ ਬੜਿਆਂ ਵੱਡਿਆਂ ਦੀਆਂ ਲੱਤਾਂ ਲਮਕਾ ਦਿੰਦੇ ਹੈ। ਬੜੇ ਬੜੇ ਗਿਆਨੀ ਧਿਆਨੀਆਂ ਨੂੰ ਸੁੱਟ ਲੈਂਦੇ। ਇਹਨਾਂ ਦੀ ਫੌਜ ਹੀ ਬੜੀ ਤਕੜੀ ਹੈ। ਇਹ ਤੇ ਗੁਰੂ ਸਾਹਿਬ ਵੀ ਨਾਲ ਹੋ ਜਾਣ ਤੇ ਫਿਰ ਮਰ ਸਕਦੇ ਹਨ। ਪਟ ਰੰਗਨ ਰੰਗੇ, ਛੜੇ ਜੋਤ ਕਰਿਆਰ ਨ ਬਾਗੇ। ਕਹਿੰਦੇ ਜਿੱਦਾਂ ਫਿਰ ਫੁੱਲ ਜਿਹੜੇ ਇਦਾਂ ਰੰਗ ਬਰੰਗੇ, ਜਿੱਦਾਂ ਕੋਈ ਸੂਰਮੇ ਲਾਲ ਰੰਗ ਦੇ ਕੱਪੜੇ ਪਾ ਕੇ ਚੜ੍ਹਾਈ ਕਰਦੇ ਨੇ, ਇਦਾਂ ਫਿਰ ਕੁਦਰਤ ਦੀ ਚੜ੍ਹਾਈ ਬਸੰਤ ਰੁੱਤ ਦੇ ਭਾਵ ਕਵੀ ਜੀ ਬਚਨ ਸਾਂਝੇ ਕਰਦੇ ਹਨ। ਜਿਹਨੂੰ ਗੁਰਬਾਣੀ ਕਹਿੰਦੀ ਲਾਲ ਰੰਗ ਤਿਸ ਕੋ ਜਿਸ ਕੇ ਮੈਲਾ ਕਦੇ ਨਾ ਹੋਈ। ਇਹ ਲਾਲ ਰੰਗ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਲੱਗਾ, ਬਾਬਾ ਸ਼ਾਮ ਸਿੰਘ ਅਟਾਰੀ ਜੀ ਨੂੰ ਲੱਗਾ, ਬਾਬਾ ਨੌਧ ਸਿੰਘ ਨੂੰ ਲੱਗਾ, ਬਾਬਾ ਮਾਨ ਸਿੰਘ ਸਾਹਿਬ ਨੂੰ ਲੱਗਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਲੱਗਾ। ਕਿਉਂਕਿ ਨਾ ਤੇ ਮੈਲਾ ਹੀ ਹੋ ਸਕਿਆ ਤੇ ਨਾ ਇਹਨੂੰ ਦਾਗ ਲੱਗਾ ਤੇ ਨਾ ਜਾਲੀ ਸਕਿਆ। ਇਹ ਲਾਲ ਰੰਗ ਕੀ ਹੈ? ਗੁਰਬਾਣੀ ਸੇਵਾ ਸਿਮਰਨ ਦੇ ਵਿੱਚ ਗੜੋਚ ਹੋ ਜਾਣਾ, ਭਾਵ ਆਪਣੀ ਜੀਵਨ ਨੂੰ ਸਮਰਪਣ ਕਰ ਦੇਣਾ, ਆਪਣੇ ਆਪ ਨੂੰ ਗੁਰੂ ਲਈ ਭੇਟਾ ਕਰ ਦੇਣਾ। ਇਹਨੂੰ ਕਹਿੰਦੇ ਲਾਲ ਰੰਗ। ਕਈਆਂ ਨੇ ਉਹ ਸਮਝ ਲਿਆ ਵੀ ਸ਼ਾਇਦ ਆ ਜਿਹੜੇ ਪੀਲੇ ਬੰਨਦੇ ਆ, ਸੰਤਰੀ ਬੰਨਦੇ ਆ, ਇਹਨਾਂ ਦੀ ਗੱਲ ਕੀਤੀ ਨਹੀਂ। ਲਾਲ ਰੰਗ ਜਿਹੜਾ ਗੂੜਾ ਰੰਗ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੂੰ ਬਖਸ਼ਿਸ਼ ਕਰਦੇ ਹਨ। ਪ੍ਰਮੋਰ ਪਿਖ ਆਨੰਦ ਜਾਸੂ, ਕੂਕਤ ਕੋਇਲ ਕਲਰਵ ਤਾਸੂ। ਹਰ ਕਹਿੰਦੇ ਇਸ ਤਰ੍ਹਾਂ ਅੰਬਾਂ ਨੂੰ ਬੂਰ ਪਿਆ ਹੈ, ਭਾਵੇਂ ਸਾਰਾ ਕੁਝ ਕਵੀ ਜੀ ਲਿਖ ਰਿਹਾ ਮੇਰੇ ਗੁਰੂ ਨਾਨਕ ਦੇ ਪਿਆਰ 'ਚ। ਜਿਸੇ ਮੱਝਾਂ ਚਾਰਦੇ ਨਾ ਮਹਾਰਾਜ ਜਿੱਥੇ, ਉਹ ਕੁਦਰਤ ਦਾ ਕਲਪਨਾ ਕੀਤੀ ਕਵੀ ਜੀ ਨੇ। ਜਿੱਥੇ ਮੇਰੇ ਨਾਨਕ ਨੇ ਲੰਮੇ ਪੈਣਾ ਏ, ਜਿੱਥੇ ਸੱਪ ਨੇ ਆਉਣਾ ਏ, ਉਹ ਸਾਰੀ ਪ੍ਰਕਿਰਤੀ ਮੰਡਲ ਜਿਹੜੀ ਵਾਤਾਵਰਨ ਹੈ ਉਹਦਾ ਦ੍ਰਿਸ਼ ਕਵੀ ਰਾਜ ਜੀ ਨੇ ਖਿੱਚਿਆ ਕਿ ਸਾਰੇ ਅੰਬਾਂ ਨੂੰ ਬੂਰ ਪਿਆ ਹੈ ਤੇ ਕੋਇਲਾਂ ਮਿੱਠੇ ਮਿੱਠੇ ਗੀਤ ਗਾ ਰਹੀਆਂ ਹਨ। ਜਦ ਸੰਤੀ ਦੇਤ ਦੁਹਾਈ, ਮਾਨਨ ਦੇਸ ਜੇ ਮਾਨ ਕਢਾਈ। ਔਰ ਕਹਿੰਦੇ ਹਨ ਇਸ ਤਰ੍ਹਾਂ ਜਿਵੇਂ ਬਸੰਤ ਦੀ ਦੁਹਾਈ ਦੇ ਕੇ ਪਤੀ ਦੋਸ਼ ਵੇਖ ਕੇ ਨਿਰਾਸ਼ ਹੋਈਆਂ ਇਸਤਰੀਆਂ ਵੀ ਮੰਨ ਜਾਣ। ਭਾਵ ਜੇ ਕੋਈ ਕਿਸੇ ਤੋਂ ਗੁੱਸੇ ਹੋਇਆ ਹੋਵੇ, ਰੁੱਤ ਆਪਣਾ ਅਸਰ ਰੱਖਦੀ ਹੈ। ਚਾਰੇ ਪਾਸੇ ਮੌਸਮ ਸੋਹਣਾ ਹੋਵੇ, ਪੱਤੇ ਫੁੱਲ ਖਿੜੇ ਹੋਣ ਤੇ ਕਈ ਵਾਰੀ ਬੰਦਾ ਕਹਿੰਦਾ ਇਹ ਪੱਤੇ ਫੁੱਲ ਖਿੜੇ ਆ ਕਿਤੇ ਮੈਂ ਵੀ ਖਿੜ ਜਾ।
ਮੇਰੇ ਅੰਦਰ ਵੀ ਖੇੜਾ ਆ ਜਾਵੇ। ਪੁਸ਼ਪਨ ਕੀ ਮਕਰੰਦ ਨਿਹਾਰੀ ਤੇ ਪਰ ਮਧੁਕਰ ਕਰਤ ਪੁੰਜਾਰੀ। ਕਹਿੰਦੇ ਜਿਸ ਤਰ੍ਹਾਂ ਫੁੱਲ ਖਿੜਿਆ ਹੈ, ਭੌਰਾ ਉਹਨਾਂ ਦਾ ਰਸ ਚੂਸਦਾ ਹੈ ਤੇ ਆਨੰਦ ਲੈਂਦਾ। ਇਸੇ ਤਰ੍ਹਾਂ ਜਦੋਂ ਗੁਰੂ ਦਾ ਕੀਰਤਨ ਕਥਾ ਹੁੰਦਾ, ਥੋੜੀਆਂ ਹੀ ਸੰਗਤਾਂ ਪਿਆਰ ਵਾਲੀਆਂ ਤੁਹਾਡੇ ਵਰਗੀਆਂ, ਬਹੁਤ ਦੁਨੀਆ ਤੁਰੀ ਫਿਰਦੀ, ਕੋਈ ਬਾਜ਼ਾਰਾਂ ਵਿੱਚ, ਕੋਈ ਕਾਰੋਬਾਰ ਵਿੱਚ, ਕੋਈ ਧੰਦਿਆਂ ਵਿੱਚ, ਕੋਈ ਮੰਜਿਆਂ ਵਿੱਚ, ਕੋਈ ਬਿਸਤਰਿਆਂ ਵਿੱਚ, ਕੋਈ ਏਸੀਆਂ 'ਚ, ਕੋਈ ਮੋਬਾਈਲਾਂ 'ਚ, ਸਾਰੇ ਬੀਜੀ ਬਹੁਤ ਨੇ, ਸ਼ਡਿਊਲ ਟਾਈਮ ਨਹੀਂ ਕਿਸੇ ਦਾ। ਪਰ ਮਹਾਰਾਜ ਕਹਿੰਦੇ ਨੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ, ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ। ਨਾਮ ਕੇ व्यापारी, हर के नाम के व्यापारी। नाम के 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 व्यापारी, हर के नाम के व्यापारी। कि नहीं बन जया कांसी तांबा, कि नहीं बन जया कांसी तांबा। नहीं बन जया कांसी तांबा, कि नहीं बन जया कांसी तांबा। कि नहीं लौंग सुपारी, कि नहीं लौंग सुपारी। कि नहीं लौंग सुपारी, कि नहीं लौंग सुपारी। संतो बन जया नाम गोविंद का, संतो बन जया नाम गोविंद का। संतो बन जया नाम गोविंद का, संतो बन जया नाम गोविंद का। संतो बन जया नाम गोविंद का, संतो बन जया नाम गोविंद का। संतो बन जया नाम गोविंद का, संतो बन जया नाम गोविंद का। नाम के व्यापारी, हर के नाम के व्यापारी। नाम के व्यापारी, हर के नाम के व्यापारी। नाम के व्यापारी, हर के नाम के व्यापारी। नाम के व्यापारी, हर के नाम नाम के व्यापारी। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੋਈ ਸੋਨਾ ਵੇਚਦਾ, ਕੋਈ ਚਾਂਦੀ ਦਾ ਵਪਾਰ ਕਰਦਾ, ਕੋਈ ਤਾਂਬੇ ਦਾ, ਕੋਈ ਲੋਹੇ ਦਾ, ਕੋਈ ਗੱਡੀ ਦਾ, ਕੋਈ ਕੱਪੜੇ ਦਾ। ਧੰਨ ਮਾਰੇ ਕਹਿੰਦੇ ਮੇਰੀ ਸੰਗਤ ਜਿਹੜੀ ਗੁਰੂ ਮਹਾਰਾਜ ਤੇਰੇ ਵਿੱਚ ਚਰਨਾਂ ਚ ਆ ਕੇ ਨਾਮ ਦਾ ਵਪਾਰ ਕਰਦੀ। ਹੁਣ ਤੁਸੀਂ ਵਿਹਲੇ ਥੋੜਾ ਮੇਰੀਆਂ ਭੈਣਾਂ ਵੀਰ, ਸਾਰੇ ਕੰਮਕਾਰ ਵਾਲੇ, ਜੇ ਕੋਈ ਪਿਆਰ ਹੈ ਤੁਹਾਡਾ, ਤੁਸੀਂ ਟਾਈਮ ਕੱਢ ਕੇ ਆਉਂਦੇ ਜੇ। ਮਹਾਰਾਜ ਕਹਿੰਦੇ ਧੰਨ ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਤੇਰੇ ਆਸਰੇ ਥੋੜਾ ਜਿਹਾ ਨਾਮ ਜਪਿਆ, ਕਿਉਂਕਿ ਮੈਨੂੰ ਪਤਾ ਮੈਂ ਪੈਲੀ ਵਾਈ, ਦੁਕਾਨ ਚਲਾਈ, ਕੱਪੜਾ ਵੇਚਿਆ ਤਾਂ ਮੇਰੇ ਬੱਚਿਆਂ ਦੇ ਕੰਮ ਆਉਣਾ, ਇਹ ਮੇਰੇ ਪਰਿਵਾਰ ਦੇ। ਪਰ ਜਿੱਦਣ ਮੈਂ ਫਟੇ ਤੇ ਪਿਆ, ਮੇਰੇ ਕੰਮ ਕੀ ਹੋਣਾ? ਮੇਰੇ ਕੰਮ ਆਉਣਾ ਏ ਸਾਧ ਸੰਗਤ ਦੇ ਵਿੱਚ ਜਪਿਆ, ਗੁਰੂ ਦੇ ਕੋਲ ਬਹਿ ਕੇ ਝੱਟ ਪਿਆਰ ਕੀਤਾ, ਜਿਹਨੂੰ ਮਹਾਰਾਜ ਕਹਿੰਦੇ ਮੇਰੇ ਮਾਧੋ ਜੀ ਤਰ ਜੇਗਾ। ਕਹਿੰਦੇ ਸੰਗਤ ਕਰਿਆ ਕਰ ਹੁਣ ਤਾਂ, ਪਰ ਇਹ ਵੀ ਮਹਾਰਾਜ ਨੇ ਕਹਿਤਾ ਹੈ ਨ ਵਿਰਲੇ ਨਾਹੀ ਕਣੇ, ਵੀ ਕਲਯੁਗ ਦਾ ਭਿਆਨਕ ਸਮਾਂ, ਥੋੜੇ ਥੋੜੇ ਰਹਿ ਗਏ ਤੇਰੇ ਵਪਾਰ ਵਾਲੇ, ਬਾਕੀ ਸਭ ਨਿਕਲ ਗਏ। ਮੱਥਾ ਟੇਕ ਕੇ ਮੰਗਾ ਮੰਗ ਕੇ ਚਲੇ ਗਏ। ਜਿੱਦਾਂ ਮੇਰੇ ਬਾਬਾ ਕਰਤਾਰਪੁਰ ਸੀ ਨਾ, ਤੇ ਉੱਥੇ ਬੜੀ ਸੰਗਤ ਮਗਰ ਗਈ ਤੇ ਮਹਾਰਾਜ ਸਾਹਿਬ ਜੀ ਨੇ ਡੰਡਾ ਫੇਰਿਆ ਤੇ ਸਾਰੇ ਪਿਛਾਂ ਹੋ ਗਏ, ਖੜੋ ਗਏ। ਉੱਥੇ ਮੋਤੀ ਹੀਰੇ ਵੀ ਸੁੱਟੇ, ਲੋਕੀ ਚੁੱਕ ਕੇ ਤੁਰ ਗਏ।
ਰਹਿ ਗਏ 3-4 ਜਾਣੇ, ਭਾਈ ਭਗੀਰਥ ਮਲਸੀਆਂ ਵਾਲਾ, ਬਾਬਾ ਜੀਤਾ ਰੰਧਾਵਾ ਜੀ ਦਾ ਖੂਹ ਹੈ ਕਰਤਾਰਪੁਰ, ਤੇ ਧੰਨ ਬਾਬਾ ਲੈਣਾ ਜੀ, ਬਾਬਾ ਬੁੱਢਾ ਜੀ, ਇਹ 5 ਸਿੱਖ 4 ਸੀ, ਤੇ ਇਹ ਵੀ ਪਿੱਛੇ ਰੁਕੇ, ਤੇ ਬਾਬਾ ਲੈਣਾ ਇਕੱਲੇ ਅੱਗੇ ਜਿਹੜੇ ਕਥਾ ਸੁਣ ਰਹੇ ਨਾ, ਅੱਜ ਗੁਰੂ ਨਾਨਕ ਦੀ ਖਡੂਰ ਸਾਹਿਬਾ ਕਥਾ ਚੱਲ ਰਹੀ। ਭਾਈ ਬਾਲੇ ਨੂੰ ਕਹਿੰਦੇ ਛੇਤੀ ਛੇਤੀ ਸੁਣਾ ਮੇਰੇ ਨਾਨਕ ਦੀ ਕਥਾ, ਮੇਰਾ ਦਿਲ ਨਹੀਂ ਲੱਗਦਾ। ਉਸ ਬਾਬੇ ਦੀਆਂ ਮੋਹਰਾਂ ਦੇ ਵਿੱਚ ਕੁਤਕਾ ਮਾਰਿਆ ਨਾਨਕ ਜੀ ਪਿਆਰੇ ਨੇ। ਕਹਿੰਦੇ ਜਾ ਚਲਾ ਜਾ, ਮੇਰੇ ਕੋ ਕੀ ਲੈਣਾ ਹੀ। ਲੋਕੀ ਚਲੇ ਗਏ, ਹੱਥ ਜੋੜ ਕੇ ਅੱਖਾਂ ਭਰ ਕੇ ਕਹਿੰਦਾ ਕਿਸ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚੇਤਨਾ ਆਵੀ। ਬਾਬਾ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਦਰਾਂ ਵਾਲੇ ਦਰਾਂ ਨੂੰ ਚਲੇ ਗਏ। ਬਾਬਾ ਮੇਰਾ ਘਰ ਵੀ ਤੂੰ ਤੇ ਮੇਰਾ ਦਰ ਵੀ ਤੂੰ, ਮੈਂ ਕਿੱਥੇ ਜਾਵਾਂ, ਭਾਵੇਂ ਅਸਾਂ ਨੂੰ ਮਾਰ ਮੁਕਾ ਦੇ, ਮੇਰਾ ਕੋਈ ਘਰ ਦਰ ਨਹੀਂ, ਮੇਰਾ ਤੂੰ ਹੀ ਹੈ। ਜਦੋਂ ਆਹ ਸ਼ਬਦ ਕਹੇ ਤੇ ਬਾਬੇ ਨੇ ਗੱਲ ਵਕੜੀ ਪਾ ਲਈ। ਕਹਿੰਦੇ ਭਲਿਆ ਤੂੰ ਲੈਣਾ ਤੇ ਅਸੀਂ ਦੇਣਾ ਏ। ਅਸੀਂ ਵੀ ਪਰਖੀ ਕੀਤੀ ਸੀ ਕਿ ਕੋਈ ਮਾਇਆ ਲੈ ਕੇ ਗੁਰਦੁਆਰੇ ਆਉਣੋਂ ਹਟ ਗਿਆ, ਕੋਈ ਧਨ ਦੌਲਤ ਲੈ ਕੇ, ਕੋਈ ਰਾਜ ਲੈ ਕੇ, ਇਸ ਤਰ੍ਹਾਂ ਕਰਕੇ। ਪਰ ਕਹਿੰਦੇ ਕਿਸੇ ਨੂੰ ਮੈਂ ਦੁੱਖ ਦਿੱਤੇ। ਉਹ ਜਿਹੜਾ ਕੁਤਕਾ ਮਾਰਿਆ ਸੀ ਨਾ, ਉਹ ਦੁੱਖ ਸੀ ਨਾ। ਕਹਿੰਦੇ ਅੱਜ ਤੇਰੇ ਘਰ ਲੱਖਾਂ ਸੰਗਤਾਂ ਆਉਂਦੀਆਂ, ਕਈਆਂ ਨੂੰ ਮੈਂ ਇਦਾਂ ਦੇ ਦੁੱਖ ਦਿੱਤੇ, ਸੱਟ ਲਾਤੀ ਜਾਂ ਕੁਝ, ਉਹ ਦੁੱਖ ਦਿੱਤੇ ਤੇ ਉਹ ਵੀ ਮੇਰੇ ਨਾਲੋਂ ਟੁੱਟ ਗਏ। ਉਹਨਾਂ ਨੇ ਵੀ ਲਾਮਾ ਦੇਤਾ ਕਿ ਜਾ ਗੁਰੂ ਅਰਜਨ ਸਾਹਿਬ ਤੇਰੇ ਘਰ ਯਾਰੀ ਲਾ ਕੇ ਕੀ ਖਟਿਆ, ਤੇਰੇ ਘਰ ਰੋਜ਼ ਆਉਂਦੇ ਸੀ, ਤੂੰ ਸਾਨੂੰ ਦੁੱਖ ਦੇਤੇ ਐ। ਪਰ ਨਹੀਂ, ਮੈਂ ਕਹਿੰਦਾ ਕੁਤਕਾ ਖਾ ਕੇ ਵੀ ਕੋਈ ਬਾਬੇ ਨੂੰ ਜਿੱਤ ਗਿਆ ਤੇ ਬਾਬਾ ਲੈਣਾ। ਉਹ ਡੰਡਾ ਬੜਾ ਦੁੱਖ ਦਿੱਤਾ, ਲਾਸ਼ ਪੈ ਗਈ ਸੀ। ਉਹਦਾ ਕਾਰਨ ਸੀ ਕਿ ਜਦੋਂ ਆਪਾਂ ਗੁਰੂ ਘਰ ਨਾਲ ਜੁੜਾਂਗੇ ਆਪਣੇ ਘਰ 'ਚ ਦੁੱਖ ਵੀ ਆ ਸਕਦਾ। ਤੇ ਕਈ ਵਾਰੀ ਬੰਦੇ ਨੂੰ ਜਦੋਂ ਦੁੱਖ ਆਉਂਦਾ ਤੇ ਉਹ ਕਹਿੰਦਾ ਵੀ ਕਾਹਦਾ ਨਿਤਨੇਮ ਕਰੀਏ, ਕਾਹਦਾ ਗੁਰਦੁਆਰੇ ਜਾਵਾਂ, ਮੈਂ ਕੀ ਦਿੱਤਾ ਮੈਨੂੰ ਗੁਰੂ ਅਰਜਨ ਸਾਹਿਬ ਨੇ। ਉਹ ਫਿਰ ਰਿਸ਼ਤਾ ਟੁੱਟ ਜਾਂਦਾ ਨਾ। ਇਸ ਕਰਕੇ 2 ਕੁਤਕੇ ਮਾਰੇ ਬਾਬਿਆ, ਕਹਿੰਦਾ ਮਾਰ ਦੇ, ਜਿੰਨਾ ਮਰਜੀ ਕੁੱਟ ਲਾ, ਸਿਰ ਪਾੜ ਦੇ, ਮੇਰਾ ਕੋਈ ਥਾਂ ਨਹੀਂ ਜਿੱਤੇ, ਮੈਂ ਤੇਰਾ ਹੀ ਤੇ ਤੇਰਾ। ਮਹਾਰਾਜ ਕਹਿੰਦੇ ਤੂੰ ਇੰਟਰਵਿਊ ਪਾਸ ਕਰ ਗਿਆ। ਆਪਾਂ 5 ਸਾਲ ਨਿਤਨੇਮ ਕੀਤਾ ਹੋਏ, ਟੋਕਰੀ ਢੋਈ ਹੋਵੇ, ਲਗਾਤਾਰ ਕਥਾ ਸੁਣੀ ਹੋਵੇ, ਕਿਤੇ ਛੋਟਾ ਜਿਹਾ ਦੁੱਖ ਆ ਗਿਆ, ਆਪਾਂ ਉਦਣ ਹੀ ਦਿਲੋਂ ਕਹਿ ਦੇਣਾ ਗੁਰੂ ਅਰਜਨ ਸਾਹਿਬ ਤੇਰੇ ਨਾਲ ਜੁੜੇ ਤੂੰ ਚੰਗੀ ਨਹੀਂ ਕੀਤੀ। ਤੇ ਇਸ ਕਰਕੇ ਸਾਧ ਸੰਗਤ ਜੀ, ਇੱਥੇ ਕਵੀ ਰਾਜ ਜੀ ਦੇ ਪਿਆਰ ਦੇ ਵਿੱਚ ਮਹਾਰਾਜ ਜੀ ਕਿਰਪਾ ਕਰਦੇ ਹਨ। ਜਨ ਬਸੰਤ ਨਿਪ ਆਗੇ ਦੀਨਾ, ਗਾਏ ਬਜਾਵੇ ਗੁਨੀ ਪ੍ਰਵੀਨਾ। ਕਹਿੰਦੇ ਬਸੰਤ ਰੁੱਤ ਐਸੀ ਹੈ ਜਦੋਂ ਸਾਰੇ ਪਸ਼ੂ ਪੰਛੀ ਜੀਵ ਜੰਤੀ ਇੱਕ ਗੀਤ ਹੀ ਗਾ ਰਹੇ ਨੇ ਪਿਆਰ ਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ ਕਿ ਮੇਰੇ ਸਿੱਖ ਦੇ ਅੰਦਰ ਸਦਾ ਹੀ ਬਸੰਤ ਹੈ। ਫੂਲੀ ਬਨਰਾਏ ਬਸੰਤ ਚੜਿਆ। ਰਾਗੀ ਸਿੰਘ ਸ਼ਬਦ ਪੜ੍ਹਦੇ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਦੇ ਬਿਹੰਗਮ ਸਿੰਘ ਸਾਧੂ ਸੰਤਾਂ ਦਾ ਇੱਕ ਖਾਣ ਵੀ ਹੈ, ਸਦਾ ਦੀਵਾਲੀ। ਬੋਲੋ ਸਾਰੇ, ਸਦਾ ਦੀਵਾਲੀ 8 ਪਹਿਰ। ਬਸੰਤ ਵੈਸੇ 6 ਰੁੱਤਾਂ ਨੇ, ਬਸੰਤ ਆਪਣੀ ਵਾਰੀ ਤੇ ਆਉਂਦੀ ਹੈ, ਪਰ ਕਵੀ ਰਾਜ ਜੀ ਤੇ ਰੱਬ ਦੇ ਪਿਆਰੇ ਕਹਿੰਦੇ ਜਿਹੜਾ ਨਿਤਨੇਮੀ ਸਿੰਘ ਆ ਨਾ, ਬਾਣੀ ਬਾਣੇ ਵਾਲਾ, ਉਹਦੀ 24 ਘੰਟੇ ਬਸੰਤ ਹੀ ਆ। ਉਹਦੇ ਅੰਦਰ ਫੁੱਲ ਹੀ ਖਿੜੇ ਰਹਿੰਦੇ, ਕਿਉਂਕਿ ਉਹ ਨਾ ਕਿਸੇ ਦੀ ਨਿੰਦਿਆ ਕਰੇ, ਨਾ ਚੁਗਲੀ ਕਰੇ, ਨਾ ਕਿਸੇ ਦਾ ਹੱਕ ਖਾਵੇ, ਆਪਦੀ ਮੌਜ ਵਿੱਚ ਪ੍ਰਸ਼ਾਦਾ ਰੁੱਖਾ ਮਿੱਸਾ ਖਾ ਕੇ ਤੇ ਖੁਸ਼ ਰਹਿੰਦਾ ਹੈ। ਲਲਤ ਬਿਹੰਗ ਬੋਲਹੀ ਬਾਣੀ, ਜਨ ਬੰਦੀ ਜਨ ਕੀਰਤ ਗਾਨੀ। ਕਹਿੰਦੇ ਇਸ ਤਰ੍ਹਾਂ ਕਵੀ ਰਾਜ ਕਹਿੰਦੇ ਜਦੋਂ ਮੇਰਾ ਨਾਨਕ ਜੀ ਤੁਰਦਾ ਹੈ ਬਿਰਛਾਂ ਦੇ ਥੱਲੇ, ਤੇ ਸੁੰਦਰ ਪੰਛੀ ਮਿੱਠੇ ਬੋਲ ਬੋਲਦੇ ਐ, ਜਿਵੇਂ ਭੱਟ ਕੀਰਤਨ ਕਰਦੇ ਹੁੰਦੇ, ਇਦਾਂ ਦੀ ਆਵਾਜ਼ ਪੰਛੀਆਂ ਦੇ ਮੁਖ ਚੋਂ ਆ ਰਹੀ। ਪੰਛੀ ਨਾਮ ਜਪਦੇ। ਤੁਸੀਂ ਕਹੋਗੇ ਬਾਬਾ ਜੀ ਇਦਾਂ ਹੋ ਸਕਦਾ? ਚਲੋ ਮੈਂ ਬੱਚਾ ਹਾਂ, ਪਰ ਬਾਬੇ ਫਰੀਦ ਨੂੰ ਮੈਂ ਪੜ੍ਹਿਆ, ਤੇ ਬਾਬਾ ਫਰੀਦ ਸਾਹਿਬ ਜੀ ਨੇ ਟਿਕਾ ਕੇ ਸ਼ਲੋਕ ਉਚਾਰਿਆ। ਕਹਿੰਦੇ ਹਉ ਬਲਿਹਾਰੀ ਤਿਨ ਜੰਗਲ ਥਲ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ। ਬਾਬਾ ਫਰੀਦ ਕਹਿੰਦਾ ਮੈਂ ਵੀ ਜੰਗਲ ਦੇ ਵਿੱਚ ਸੀ ਤੇ ਪੰਛੀ ਵੀ ਦਰਖਤ ਤੇ ਸੀ। ਕਹਿੰਦੇ ਉਧਰੋਂ ਅੰਮ੍ਰਿਤ ਵੇਲਾ ਹੋਇਆ ਤੇ ਮੈਂ ਵੀ ਆਪਣੀ ਉਜੂ ਕੀਤਾ ਤੇ ਨਮਾਜ਼ ਪੜ੍ਹੀ, ਤੇ ਜਦੋਂ ਨਮਾਜ਼ ਪੜ੍ਹੀ ਤੇ ਮੇਰੇ ਤੋਂ ਪਹਿਲਾਂ ਪੰਛੀਆਂ ਆਪਣੀਆਂ ਨਮਾਜ਼ਾਂ ਪੜ੍ਹਤੀਆਂ ਸੀ। ਉਹ ਪਹਿਲਾਂ ਹੀ ਉੱਠ ਪਏ ਸੀ। ਤੇ ਅੱਜ ਵੀ ਸਵੇਰੇ ਅੰਮ੍ਰਿਤ ਵੇਲੇ ਪੰਛੀ ਚਿੜੀਆਂ 2 ਵਜੇ ਉੱਠਦੀਆਂ, ਆਪਾਂ ਨਿਕੰਮੇ 9 ਵਜੇ ਉੱਠਦੇ, 10 ਵਜੇ ਕੰਬਲ ਦੇ ਵਿੱਚ ਚਾਹ ਪੀਨੇ। ਇੰਨਾ ਬੁਰਾ ਹਾਲ ਆਪਣੀ ਜ਼ਿੰਦਗੀ ਦਾ।
ਤੋ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਪੜ੍ਹਦੇ ਹੁੰਦੇ ਸੀ ਧਾਰਨਾ, ਰੋੜ ਚੁਗਦੇ ਹਰੀ ਦਾ ਨਾਮ ਜਪਦੇ, ਤੇਰੇ ਨਾਲੋਂ ਪੰਛੀ ਚੰਗੇ ਆ। ਨਾ ਉਹਨਾਂ ਦੇ ਕੋਲੇ ਬੈਂਕ ਬੈਲੈਂਸ, ਨਾ ਕੋਈ ਉਹਨਾਂ ਦੇ ਭੜੋਲੇ 'ਚ ਕਣਕ। ਅੱਜ ਚੁਗ ਲਿਆ, ਸਵੇਰ ਪਤਾ ਨਹੀਂ ਕਿੱਥੇ ਆਉਣੀ ਹੈ। ਸ਼ਾਮਾਂ ਨੂੰ ਹਨੇਰ ਚੜ੍ਹ ਗਿਆ, ਬੱਦਲ ਆਇਆ, ਪਤਾ ਨਹੀਂ ਆਲਣੇ ਤੱਕ ਪਹੁੰਚਿਆ ਜਾਣਾ ਕਿ ਨਹੀਂ ਪਹੁੰਚਿਆ ਜਾਣਾ। ਪਰ ਕਿੰਨਾ ਸਬਰ ਦਿੱਤਾ, ਕਿੰਨਾ ਹੱਸਦੇ ਖੇਡਦੇ ਇੱਕ ਦੂਜੇ ਨਾਲ ਉਡਾਰੀਆਂ ਮਾਰਦੇ। ਉਹ ਤੈਨੂੰ ਪੁੱਤ ਦਿੱਤੇ, ਦੁੱਧ ਦਿੱਤਾ, ਕੋਠੀਆਂ ਦਿੱਤੀਆਂ, ਦਾਣੇ ਦਿੱਤੇ, ਤੂੰ ਸੜਿਆ ਹੀ ਰਹਿਣਾ। ਤੂੰ ਵੀ ਕਿਤੇ ਹੱਸ ਖੇਡ ਲਿਆ ਕਰ, ਪਤਾ ਨਹੀਂ ਕਦੋਂ ਸਾਹ ਰੁਕ ਜਾਣੇ, ਕਿਉਂ ਪੁੱਠਿਆਂ ਕੰਮਾਂ ਤੇ ਲੱਗਾ ਹੈ। ਤੋ ਮੇਰੇ ਪਾਤਸ਼ਾਹ ਬਾਬਾ ਫਰੀਦ ਕਹਿੰਦੇ ਮੈਂ ਵਾਰੇ ਜਾਵਾਂ ਇਹਨਾਂ ਪੰਛੀਆਂ ਤੋਂ। ਮੈਂ 9 ਵਜੇ ਉੱਠਦਾ, ਇਹ ਤਾਂ 3 ਵਜੇ ਬੋਲ ਪੈਂਦੇ ਐ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਕਵੀ ਜੀ ਕਹਿੰਦੇ ਨੇ, ਮਹਾਰਾਜ ਨੂੰ ਵੇਖ ਕੇ ਅੰਬਾਂ ਦਾ ਬੂਰ, ਪੱਤਿਆਂ ਦੀਆਂ ਮਹਿਕਾਂ, ਫੁੱਲਾਂ ਦੀ ਖੁਸ਼ਬੂ ਤੇ ਕੋਇਲਾਂ ਦੇ ਗੀਤ ਜਿਵੇਂ ਭੱਟ ਕੀਰਤਨ ਕਰਦੇ ਹਨ। ਜਿੱਦਾਂ ਔਰੰਗਜ਼ੇਬ ਦੀ ਪੁੱਤਰੀ ਹੋਈ ਜੇਬਲ ਉਲ ਨਿਸ਼ਾ, ਤੇ ਉਹ ਆਪਦੇ ਪਿਤਾ ਨਾਲ ਜਾ ਰਹੀ ਸੀ ਬਾਗ ਵਿੱਚ। ਕਹਿੰਦੀ ਅੱਬਾ ਜਾਨ ਇੱਕ ਗੱਲ ਪੁੱਛਾਂ। ਔਰੰਗਜ਼ੇਬ ਬੜਾ ਕੱਟੜ ਸੀ। ਕਹਿੰਦਾ ਪੁੱਛ ਪੁੱਤ। ਕਹਿੰਦੀ ਤੂੰ ਸੰਗੀਤ ਬੰਦ ਕਰਾਇਆ। ਔਰੰਗਜ਼ੇਬ ਨੇ ਸੰਗੀਤ ਬੰਦ ਕੀਤਾ ਸੀ ਵੀ ਜਿਹੜਾ ਬੰਦਾ ਸੰਗੀਤ ਸੁਣਦਾ ਉਹਦੇ ਕੰਨਾਂ ਦੇ ਵਿੱਚ ਨਾ ਤਾਂਬਾ ਢਾਲ ਕੇ ਪਾ ਦਿਓ, ਜਿਹੜਾ ਬੰਦਾ ਸੰਗੀਤ ਗਾਉਂਦਾ ਹੈ ਉਹਦੀ ਜ਼ੁਬਾਨ ਵੜ ਦਿਓ। ਤੇ ਉਹਨੂੰ ਪਤਾ ਸੀ, ਉਹ ਥੋੜਾ ਜਿਹਾ ਸ਼ੌਂਕ ਰੱਖਦੀ ਸੀ ਇਹ ਸੰਗੀਤ ਦਾ। ਤੇ ਉਹ ਬਾਗ ਦੇ ਵਿੱਚ ਤੁਰੀ ਜਾਵੇ ਤੇ ਕਹਿੰਦੀ ਅੱਬਾ ਇੱਕ ਗੱਲ ਪੁੱਛਾਂ। ਕਹਿੰਦੇ ਪੁੱਛ ਬੇਟਾ। ਕਹਿੰਦੀ ਠੀਕ ਹੈ ਤੂੰ ਮੇਰਾ ਪਿਓ ਹੈ, ਮੈਨੂੰ ਪਤਾ ਤੂੰ ਝਿੜਕਣਾ ਏ, ਤੂੰ ਸੰਗੀਤ ਕਾਹਤੋਂ ਬੰਦ ਕੀਤਾ? ਕਹਿੰਦਾ ਇਹ ਸ਼ੈਤਾਨ ਹੈ, ਇਹ ਪੁੱਠੇ ਬੰਨੇ ਲਾਉਂਦਾ ਏ। ਔਰ ਇੱਕ ਗੱਲ ਉਹਨਾਂ ਦੀ ਸਹੀ ਵੀ ਸੀ, ਜੇ ਮੈਂ ਗਲਤ ਨਾ ਹੋਵਾਂ। ਅੱਜ ਤਾਲੇ ਬਾਨੀਆਂ ਲੋਕਾਂ ਦੇ ਅੰਦਰ ਜਜ਼ਬਾ ਵੇਖਿਆ ਤੁਸੀਂ? ਉਹ ਫੇਸਬੁੱਕ ਨੈਟ ਗੰਦਮੰਦ ਤੇ ਬੱਚੇ ਨੂੰ ਪੜ੍ਹਾਉਂਦੇ ਨਹੀਂ, ਉਹਨਾਂ ਦੀ ਆਉਣ ਲਈ ਪੜ੍ਹਾਈ ਹੈ, ਜੰਮਦੇ ਨੂੰ ਹਥਿਆਰ ਸਿਖਾ ਦਿੰਦੇ। ਤੇ ਸੰਤ ਜਰਨੈਲ ਸਿੰਘ ਖਾਲਸਾ ਦੀ ਯਾਦ ਆ ਜਾਂਦੀ, ਉਹਨਾਂ ਵੀ ਸਪੀਚ ਕੀਤੀ ਸੀ। ਕਹਿੰਦੇ ਆਜ਼ਾਦੀ ਲੈਣੀ ਜੇ ਨਾ, ਜੇ ਪੱਕੇ 'ਚ ਰਹਿੰਦੇ ਤੇ ਕੱਚੇ 'ਚ ਰਹੋ, ਜੇ ਕੱਚੇ 'ਚ ਰਹਿੰਦੇ ਤੇ ਕੁੱਲੀਆਂ 'ਚ ਰਹੋ, ਜੇ ਕੁੱਲੀ 'ਚ ਤੇ ਰੜੇ ਮੈਦਾਨ ਬੋਰੀ ਵਿਛਾ ਲਓ। ਪਰ ਹਰ ਸਿੱਖ ਦੇ ਗਾਤਰੇ ਚੰਗਾ ਹਥਿਆਰ ਚਾਹੀਦਾ। ਜੇ ਆਜ਼ਾਦੀ ਮੰਨਣੀ ਜੇ ਰਾਜ ਕਰਨਾ ਜੇ, ਨਹੀਂ ਤੇ ਤੁਹਾਡੇ ਹੱਥਾਂ 'ਚ ਚਪੇੜਾ ਮਾਰ ਕੇ ਤੁਹਾਡੀਆਂ ਧੀਆਂ ਭੈਣਾਂ ਅਗਲਿਆਂ ਖੋਹ ਲੈਣੀਆਂ। ਉਹ ਸਮਾਂ ਆ ਗਿਆ ਅੱਜ। ਅਸੀਂ ਕਹਿੰਦੇ ਜੀ ਨਹੀਂ ਇਹ ਕਿਰਪਾਨ ਵੱਡੀ ਕੀ ਕਰਨੀ ਹੈ, ਏਡੀ ਪੱਗ ਬੱਧੀ, ਗਰਮੀ ਨਹੀਂ ਪਤਾ ਤਾਂ ਹੁਣ ਲੱਗਣਾ। ਅਗਲਿਆਂ ਆਪਣੀ ਵਿਰਾਸਤ ਸਾਂਭੀ ਸੀ, ਐਵੇਂ ਨਹੀਂ ਤਖਤਾਂ ਦੇ ਉੱਤੇ ਮੱਲਾਂ ਮਾਰ ਕੇ। ਤੇ ਸਾਨੂੰ ਕਹਿੰਦੇ ਤੁਸੀਂ ਧਰਨੇ ਲਾ ਕੇ ਬੈਠੇ, ਮਿੰਤਾਂ ਦੇ ਨਾਲ ਰਾਜ ਨਹੀਂ ਕੋਈ ਦਿੰਦਾ ਹੁੰਦਾ, ਰਾਜ ਇੱਦਾਂ ਲਏ ਜਾਂਦੇ ਜਿੱਦਾਂ ਅਸੀਂ ਲਿਆ। ਤੋ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਜ਼ਰੂਰ ਸਾਡੇ ਵੱਡਿਆਂ ਦੀ ਯਾਦ ਆਉਂਦੀ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਸੀ। ਮਹਾਰਾਜ ਕਹਿੰਦੇ ਅਸ ਕਿਰਪਾਨ ਖੰਡੋ ਖੜਕ ਤੁਵਕ ਤਵਰਿਅਰ ਤੀਰ, ਸਹਿਬ ਸਰੋਹੀ ਸਹਿਤੀ ਜਹੀ ਹਮਾਰੇ ਪੀਰ। ਕਹਿੰਦੇ ਸਿੱਖ ਦੇ ਅਸਲੀ ਪੀਰ ਪਤਾ ਕੌਣ ਹੈ? ਸ਼ਸਤਰ। ਜਿਨ੍ਹਾਂ ਨੇ ਮੌਕੇ ਤੇ ਸਾਥ ਦੇਣਾ। ਦੂਜੇ ਪੀਰ ਨੇ ਤੇ ਪਤਾ ਨਹੀਂ ਕਦੋਂ ਅਰਦਾਸ ਸੁਣਨੀ ਤੇ ਕਦੋਂ ਉਹਨੇ ਆਪਣੀ ਸੁਣਨੀ ਹੈ। ਇਹ ਤਾਂ ਮੌਕੇ ਦੇ ਵਿੱਚ ਕੱਢਿਆ ਨਹੀਂ ਤੇ ਚਲਾਇਆ ਨਹੀਂ। ਤੇ ਇਸ ਕਰਕੇ ਕਿਤੇ ਨਾ ਕਿਤੇ ਸਾਡੇ ਵੱਡਿਆਂ ਦਾ ਇਤਿਹਾਸ ਸਾਡੇ ਬਲੱਡ ਨੂੰ ਹਿਲਾਉਂਦਾ ਏ ਕਿ ਮਾਰੇ ਕਹਿੰਦੇ ਸ਼ਸਤਰਨ ਕੇ ਅਧੀਨ ਹੈ ਰਾਜ। ਜੇ ਦੁਨੀਆ ਦੇ ਤਖਤੇ ਤੇ ਰਾਜ ਕਰਨਾ ਤੁਹਾਡੇ ਮੋਢੇ ਤੇ ਸ਼ਸਤਰ ਹੋਣਾ ਜ਼ਰੂਰੀ ਹੈ। ਨੰਗੀ ਕਰਦ ਕਬੂ ਨਹੀਂ ਪਕੜੀ। ਅਸੀਂ ਕੀ ਕਰਨਾ ਹੈ? ਧੰਨ ਮੇਰੇ ਗੁਰੂ ਗੋਬਿੰਦ ਸਿੰਘ ਬਹੁਤ ਕੁਝ ਦਿੱਤਾ, ਸੋ ਖੈਰ ਆਪਣਾ ਵਿਛਾ ਨਹੀਂ ਹੈ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰੇਮ ਦੇ ਵਿੱਚ ਗੁਜ਼ਰ ਰਹੇ ਨੇ। ਤੇ ਕਹਿੰਦੇ ਉਸ ਵੇਲੇ ਮੈਂ ਬਚਨ ਕਰ ਰਿਹਾ ਸੀ ਜੇਬਲ ਉਲ ਨਿਸ਼ਾ ਦਾ। ਕਹਿੰਦੀ ਅੱਬਾ ਇੱਕ ਗੱਲ ਪੁੱਛਾਂ, ਤੂੰ ਇਹ ਸੰਗੀਤ ਤੇ ਪਾਬੰਦੀ ਕਿਉਂ ਲਾਈ? ਕਹਿੰਦਾ ਇਹ ਸ਼ੈਤਾਨ ਹੈ, ਇਹ ਸੰਗੀਤ ਸ਼ੈਤਾਨ ਲੋਕਾਂ ਦਾ ਪੁੱਠੇ ਬੰਨੇ ਲਾਉਂਦਾ ਏ, ਇਹਨੂੰ ਬੰਦ ਕੀਤਾ ਏ। ਉਹ ਕਹਿਣ ਲੱਗੀ ਫਿਰ ਸੰਗੀਤ ਤਾਂ ਰੱਬ ਦਾ ਚੱਲ ਰਿਹਾ। ਕਹਿੰਦਾ ਕਿੱਥੇ? ਮੈਨੂੰ ਦੱਸ, ਮੈਂ ਹੁਣੇ ਹੀ ਉਹਦੇ ਕੰਨਾਂ ਦੇ ਵਿੱਚ ਪਾ ਦਿਆਂ, ਉਹਦੀ ਜ਼ੁਬਾਨ ਕਟਾ ਦਿਆਂ। ਤੇ ਜੇਬਲ ਉਲ ਨਿਸ਼ਾ ਕਹਿੰਦੀ ਔਰੰਗਜ਼ੇਬ ਆਪਣੇ ਬਾਪੂ ਨੂੰ ਕਹਿੰਦੀ ਬਾਪੂ ਆਹ ਦੇਖ ਅੰਬੀ ਦੇ ਉੱਤੇ ਟਾਹਣੀ ਦੇ ਉੱਤੇ ਬੈਠੀ ਕੋਇਲ ਕਿੰਨੇ ਪਿਆਰ ਦੇ ਵਿੱਚ ਗਾ ਰਹੀ ਹੈ, ਇਹਦੀ ਆਵਾਜ਼ ਬੰਦ ਕਰਕੇ ਵਿਖਾ। ਕਹਿੰਦਾ ਮੈਂ ਕਰ ਦਾਂਗਾ। ਆਪਣੇ ਸਿਪਾਹੀਆਂ ਨੂੰ ਕਹਿੰਦਾ ਕੋਇਲ ਪਕੜ ਕੇ ਇਹਨੂੰ ਮਾਰ ਦਿਓ। ਜੇਬਲ ਉਲ ਨਿਸ਼ਾ ਹੱਸ ਪਈ, ਕਹਿੰਦੀ ਅੱਬਾ ਕਿੰਨੀਆਂ ਧਰਤੀ ਤੇ ਕੋਇਲਾਂ ਨੇ ਤੇ ਕਿੰਨੇ ਬਾਗ ਨੇ, ਕਿਹਨੂੰ ਕਿਹਨੂੰ ਬੰਦ ਕਰੇਗਾ?
ਕਿਹਦੀ ਆਵਾਜ਼ ਹਟਾਵੇਂਗਾ? ਕਹਿੰਦਾ ਪਹਿਲਾਂ ਤੇਰੀ ਆਵਾਜ਼ ਤੇ ਬੰਦ ਕਰਾਂ, ਤੂੰ ਬਹੁਤ ਬੋਲਣ ਲੱਗ ਪਈ। ਸਕੀ ਉਹਦੀ ਬੱਚੀ ਸੀ ਜੇਬੁਲ ਨਿਸ਼ਾ, ਜਿਹਨੂੰ ਸਲੀਮਗੜ੍ਹ ਦਾ ਕਿਲਾ ਜਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ, ਆਪਣੀ ਸਕੀ ਧੀ ਨੂੰ ਉਹਨੇ ਚੁੱਕ ਕੇ ਕਹਿੰਦਾ ਉਹਨੇ ਬੰਦ ਕਰ ਦਿਓ, ਰੋਟੀ ਪਾਣੀ ਬੰਦ ਕਰ ਦਿਓ। ਬੋਲਦੀ ਬਹੁਤ, ਇੰਨਾ ਕੁ ਕੱਟੜ ਬੰਦਾ ਸੀ। ਹਜੀ ਉਹਨੇ ਪਿਆਰ ਦੇ ਨਾਲ ਆਖਿਆ ਸੀ ਵੀ ਤੂੰ ਕਿਹਦਾ ਮੂੰਹ ਬੰਦ ਕਰੇਂਗਾ? ਇੱਥੇ ਮੂੰਹ ਤਾਂ ਸਾਰੀ ਸ੍ਰਿਸ਼ਟੀ ਦੇ ਖੁੱਲੇ ਪਏ ਆ। ਇਹਨੂੰ ਕਹਿੰਦੇ ਆਜ਼ਾਦੀ। ਭਾਵੇਂ ਉਹ ਬੱਚੀ ਨੇ ਕੁਰਬਾਨੀ ਦਿੱਤੀ, ਕੈਦ ਕੱਟੀ, ਪਰ ਸੱਚ ਕਿਸੇ ਦੇ ਮੂੰਹ ਤੇ ਕਹਿਣ ਵਾਸਤੇ ਵੀ ਭਗਤੀ ਚਾਹੀਦੀ। ਅੱਜ ਦੁਨੀਆ ਨਹੀਂ ਕਹਿੰਦੀ, ਮੌਕਾ ਵੇਖ ਕੇ ਅਗਲਾ ਬਦਲ ਜਾਂਦਾ ਕਿ ਮੈਂ ਕਾਹਤੋਂ ਬੁਰਾ ਬਣਾ। ਬੰਦੇ ਮਾੜੇ ਨੂੰ ਵੀ ਕਹਿਣਾ ਪੈਂਦਾ ਜੀ ਬੜਾ ਚੰਗਾ ਸਤਿਕਾਰਯੋਗ, ਇਹਨੂੰ ਜੀ ਆਇਆ। ਕਿਉਂਕਿ ਵਕਤ ਹੀ ਅੱਜ ਚਾਪਲੂਸੀ ਦਾ ਜਿਹੜਾ ਕਰਦਾ ਉਹਦੀ ਜਾਇਜ਼ ਆ, ਜਿਹੜਾ ਸੱਚ ਬੋਲਦਾ ਉਹਨੂੰ ਚਪੇੜਾਂ ਪੈਂਦੀਆਂ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦਰਖਤਾਂ ਦੇ ਥੱਲੇ ਲੰਘ ਰਹੇ ਤੇ ਕਵੀ ਜੀ ਕਹਿੰਦੇ ਕੋਇਲਾਂ ਵੀ ਇਦਾਂ ਗੀਤ ਗਾ ਰਹੀਆਂ ਜਿਵੇਂ ਭੱਟ ਸ਼ਬਦ ਪੜ੍ਹਦੇ ਹਨ। ਸੀਤਲ ਮੰਦ ਸੁਗੰਧ ਸਮੀਰਾ, ਮਾਨਨ ਬਿਰਹਨ ਕਰਤ ਅਜੀਰਾ। ਕਹਿੰਦੇ ਇਸ ਤਰ੍ਹਾਂ ਕਰਕੇ ਜਿੱਦਾਂ ਇੱਕ ਪਤੀ ਆਪਣੇ ਪਤੀ ਤੋਂ ਦੂਰ ਹੈ ਤੇ 24 ਘੰਟੇ ਉਡੀਕਾਂ ਕਰਦੀ ਹੈ, ਜਿਹੜੇ ਹਿਰਦੇ ਟੁੱਟੇ ਨੇ ਸਾਈਂ ਤੋਂ ਉਹ ਵੀ ਤੜਫ ਰਹੇ ਨੇ ਵੀ ਮੇਰੇ ਸਤਿਗੁਰੂ ਜੀ ਕਦੋਂ ਆਉਂਗੇ ਤੇ ਕਦੋਂ ਫੇਰਾ ਪਾਉਂਗੇ। ਸੇਤ ਸਿਆਮ ਸਰਵਨ ਕਪਨ ਪੀਤਾ, ਬਿਗਸੇ ਕੁਸਮਨ ਮੀਨੀ ਰੀਤਾ। ਇਸ ਤਰ੍ਹਾਂ ਕਰਕੇ ਕਹਿੰਦੇ ਜਿਹੜੇ ਫੁੱਲ ਕਮਲ ਦੇ ਹੋਰ ਪੱਤੀਆਂ ਜਿਹੜੀਆਂ ਖਿੜਨਾ ਚਾਹੁੰਦੀਆਂ, ਮੇਰੇ ਗੁਰੂ ਨਾਨਕ ਸਾਹਿਬ ਨੂੰ ਵੇਖ ਕੇ ਉਹ ਵੀ ਖਿੜ ਜਾਂਦੀਆਂ। ਤੇ ਉਹਨਾਂ ਦੇ ਨਾਲੋਂ ਕਿਤੇ ਜ਼ਿਆਦਾ ਖੇੜਾ ਮੇਰੇ ਬਾਬੇ ਨਾਨਕ ਦੇ ਚਿਹਰੇ ਤੇ ਸੁਭਾਏ ਮਾਨ ਹੈ। ਕਹਿੰਦੇ ਇਸ ਤਰ੍ਹਾਂ ਕਰਕੇ ਉਹ ਟਹਿਣੀਆਂ ਉਹ ਮੁੰਜਰਾਂ ਸੋਭਦੀਆਂ ਨੇ, ਜਿਵੇਂ ਕੋਈ ਚੀਜ਼ ਕਲਗੀਆਂ ਨਾਲ ਸਜਾਈ ਹੋਵੇ। ਭਾਵ ਬਸੰਤ ਰੁੱਤ ਦਾ ਸਾਰਾ ਦ੍ਰਿਸ਼ ਖਿੱਚ ਕੇ ਕਵੀ ਜੀ ਨੇ ਮੇਰੇ ਨਾਨਕ ਦੀ ਯਾਤਰਾ ਸਫਲ ਕੀਤੀ। ਔਰ ਸਾਡੀ ਵੀ ਸੰਗਤਾਂ ਦੀ ਯਾਤਰਾ ਸਫਲ ਹੁੰਦੀ ਹੈ, ਕਿਉਂਕਿ ਜਿੱਥੇ ਬਾਬਾ ਪੂਜਾ ਆਸਨ ਮੇਰੇ ਪਾਤਸ਼ਾਹ ਜਿੱਥੇ ਆਪਣੇ ਪਿਆਰੇ ਚਰਨ ਪਾ ਦਿੰਦੇ, ਉਹ ਧਰਤੀ ਨੂੰ ਕਵੀ ਜੀ ਕਹਿੰਦੇ ਖੇੜਾ ਆ ਜਾਂਦਾ। ਹੁਣ ਇੱਥੇ ਮਹੀਨਾ ਵਿਸਾਖ ਦਾ ਚੱਲਣ ਦਿਆ ਏ। ਜਦੋਂ ਬਾਬਾ ਜੀ ਮੱਝਾਂ ਚਾਰਨ ਗਏ ਵਿਸਾਖ ਦਾ ਮਹੀਨਾ ਸੀ। ਹੁਣ ਵਿਸਾਖ ਦੇ ਮਹੀਨੇ 'ਚ ਬਸੰਤ ਇਹ ਹੋ ਨਹੀਂ ਸਕਦਾ, ਕਿਉਂਕਿ ਵਿਸਾਖ ਦਾ ਮਹੀਨਾ ਸਾੜ ਦਾ ਮਹੀਨਾ ਹੈ, ਗਰਮੀ ਦਾ ਮਹੀਨਾ ਹੈ। ਵਿਸਾਖ ਧੀਰਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਹਰ ਸਾਜਨ ਪੁਰਖ ਵਿਸਾਰ ਕੇ। ਹੁਣ ਕਵੀ ਜੀ ਕਹਿੰਦੇ ਇਹ ਵਿਸਾਖ ਗਰਮੀ ਦਾ ਭਰਿਆ ਮਹੀਨਾ, ਉਸ ਮਹੀਨੇ ਦੇ ਵਿੱਚ ਬਾਬੇ ਨਾਨਕ ਦੇ ਚਰਨ ਪਏ ਉਸ ਜੰਗਲ ਦੇ ਵਿੱਚ, ਉਹਨਾਂ ਖੇਤਾਂ ਦੇ ਵਿੱਚ ਜਿਨ੍ਹਾਂ ਤੇ ਬਸੰਤ ਆ ਗਈ। ਤੇ ਸਿੱਖਾ ਜੇ ਮੇਰੇ ਬਾਬੇ ਦੇ ਚਰਨ ਪਏ, ਦਰਖਤਾਂ ਨੂੰ ਪੱਤੇ ਆ ਗਏ। ਅੱਜ ਵੀ ਨਾਨਕ ਮਤੇ ਪਿੱਪਲ ਸੀ ਨਾ ਸੁੱਕਾ ਸੜਿਆ, ਤੇ ਮੇਰਾ ਨਾਨਕ ਪਿਆਰਾ ਜਦੋਂ ਥੱਲੇ ਬੈਠਾ ਤੇ ਪਿੱਪਲ ਹਰਿਆ ਹੋ ਗਿਆ। ਤੇ ਉਹ ਜਦੋਂ ਪਿੱਪਲ ਹਰਿਆ ਹੋਇਆ ਤੇ ਉਹ ਜਿਹੜੇ ਸਿੱਧ ਸੀ ਨਾ ਉੱਥੇ ਗੋਰਖ ਦੇ, ਉਹਨਾਂ ਨੇ ਪਿੱਪਲ ਉਡਾ ਦੇਣਾ ਚਾਹਿਆ। ਤੇ ਮਰਦਾਨਾ ਕਹਿੰਦਾ ਬਾਬਾ ਪਿੱਪਲ ਗਿਆ। ਮੇਰੇ ਪਾਤਸ਼ਾਹ ਕਹਿੰਦੇ ਠਹਿਰ ਜਾਓ, ਇਹ ਕਿਤੇ ਨਹੀਂ ਜਾਣਾ। ਅੱਜ ਵੀ ਉਹ ਪਿੱਪਲ ਜੜਾਂ ਦੇ ਉੱਤੇ ਖੜੋਤਾ, ਉੜਦਾ ਹੋਇਆ ਖਿਲਾਰਿਆ ਉਹਨੂੰ। ਉਹ ਸੁੱਕਾ ਸੀ ਪਿੱਪਲ ਤੇ ਮੇਰਾ ਬਾਬਾ ਬੈਠਾ ਤੇ ਉਹ ਹਰਿਆ ਭਰਿਆ ਹੋਇਆ। ਤੇ ਸਿੱਧਾਂ ਨੇ ਵੇਖਿਆ ਵੀ ਇਹ ਕਿਹੜਾ ਪੁਰਖ ਭਾਰੀ ਜਿਹਨੇ ਕਲਾ ਵਿਖਾਈ ਸਾਰੀ। ਉਹਨਾਂ ਨੇ ਆਪਣੀ ਕਲਾ ਵਿਖਾਤੀ, ਪਿੱਪਲ ਉਡਾਤਾ ਜੜਾਂ ਤੋਂ ਮਾਰੇ। ਕਹਿੰਦੇ ਠਹਿਰ ਓਏ, ਕਿੱਥੇ ਜਾਣਾ ਹੀ, ਸਾਨੂੰ 2 ਮਿੰਟ ਬੈਠ ਲੈਂਦੇ, ਅਜੇ ਤੱਕ ਖੜੋਤਾ ਹੀ ਉੱਥੇ। ਤੇ ਮਾਰੇ ਨੂੰ ਕਦੇ ਦਿਲੋਂ ਪਿਆਰ ਕਰਿਓ, ਜਿਹੜਾ ਸੁੱਕੇ ਹੋਏ ਦਰਖਤਾਂ ਨੂੰ ਹਰਿਆ ਕਰ ਸਕਦਾ, ਕਿਤੇ ਸਾਡੇ ਅੰਦਰ ਨਾ ਹਰੇ ਕਰੇਗਾ। ਸਤਿਗੁਰੂ ਕੀ ਅਰਦਾਸ ਕਰਿਆ ਕਰੋ, ਸਤਿਗੁਰੂ ਮਹਾਰਾਜ ਜਿੱਦਾਂ ਉਸ ਜੰਗਲ ਦੇ ਵਿੱਚ ਫੇਰਾ ਪਾਇਆ। ਕਹਿੰਦੇ ਇਸ ਤਰ੍ਹਾਂ ਮੇਰਾ ਬਾਬਾ ਪੋਲੇ ਪੋਲੇ ਪੈਰ ਰੱਖ ਕੇ ਉਸ ਵਣਾਂ ਦੇ ਥੱਲੇ ਗੁਜ਼ਰ ਰਿਹਾ ਏ। ਤੇ ਜਿੱਧਰ ਨੂੰ ਮੇਰਾ ਬਾਬਾ ਗੁਜ਼ਰਦਾ ਏ ਉਹ ਧਰਤੀ ਨੂੰ ਝੂਟੇ ਆਉਂਦੇ ਐ। ਉਹਨਾਂ ਸੁੱਕੇ ਸੜੇ ਪੌਦਿਆਂ ਨੂੰ, ਪੰਛੀਆਂ ਨੂੰ ਰਸ ਮਿਲਦਾ ਹੈ। ਰਸ ਵਿਸਾਖ ਵਿਖੇ ਗੁਣ ਆਇਦਾ, ਚਾਰੇ ਦਾ ਮੈਂ ਕੁਪਨ ਤੈਨਾ। ਕਵੀ ਜੀ ਕਹਿੰਦੇ ਵਿਸਾਖ ਦਾ ਮਹੀਨਾ ਹੈ, ਮੱਝਾਂ ਚਾਰਦੇ ਮਹਾਰਾਜ ਗਾਵਾਂ। ਵਿਸਾਖ ਦੇ ਮਹੀਨੇ 'ਚ ਬਸੰਤ ਲਿਆਉਣੀ ਤਾਂ ਬਾਬੇ ਨਾਨਕ ਦੇ ਹਿੱਸੇ ਆਈ ਹੈ, ਕਿਉਂਕਿ 6 ਰੁੱਤਾਂ ਨੇ, ਗਰਮੀ, ਸਰਦੀ, ਪਤਝੜ, ਬਸੰਤ, ਵਰਖਾ ਰੁੱਤ। ਤੋ ਇਸ ਤਰ੍ਹਾਂ ਕਰਕੇ ਮਹਾਰਾਜ ਬਹਾਰ ਰੁੱਤ, 6 ਰੁੱਤਾਂ। ਤੋ ਗਰੀਬ ਨਵਾਜ ਦੀ ਬਾਣੀ ਵੀ ਕਹਿੰਦੀ ਹੈ, ਨਾਨਕ ਕਰਤੇ ਕੇ ਕੇਤੇ
किन्ने क महाराज तेरे वे सूरज एको रुत अनेक। सूरज इको ही आ, पर तेरे वारे जाइए जपजी साहिब च बापू नानक सवेरे अमृत वेले गल्लां करदे जेड़े पढ़दे आ महाराज जी कहंदे सूरज एको रुत अनेक नानक करते के थे। ऐ मेरे पातशाह कहंदे वाह रब्बा सूरज इको ते रुतां किन्नियां। अज एसी ਚੱਲਣ ਦਾ ਤੇ ਮੁੜਕਾ ਆਉਂਦਿਆ ਏ ਹੋਰ 2 ਮਹੀਨਿਆਂ ਨੂੰ ਵੱਡਾ ਕੰਬਲ ਉੱਤੇ ਲਿਆ ਹੋਣਾ ਹੈ ਤੇ ਠੰਡ ਲੱਗਣੀ ਹੈ। ਸੂਰਜ ਉਹੋ ਹੀ ਹੈ, ਧਰਤੀ ਉਹੋ ਹੀ ਹੈ। ਕਿਤੇ ਸਮਾਂ ਆਉਂਦਾ ਤੇ ਤਪਸ਼ ਪੈਦਾ ਕਰ ਦਿੰਦਾ ਏ, ਕਿਤੇ ਸਮਾਂ ਆਉਂਦਾ 2-2 ਰਜਾਈਆਂ ਦਵਾ ਦਿੰਦਾ। ਤੇਰੀਆਂ ਖੇਡਾਂ ਹੀ ਹੈ। ਤੇ ਇਸ ਕਰਕੇ ਕਵੀ ਰਾਜ ਜੀ ਨੇ ਕਿਰਪਾ ਕੀਤੀ, ਸਮਾਂ ਸੰਪੂਰਨ ਹੋਇਆ। ਗੁਰੂ ਮਹਾਰਾਜ ਸਾਹਿਬ ਜੀ ਵਿਚਰ ਰਹੇ ਹੈ ਤੇ ਜਿੱਥੇ ਬਾਬਾ ਪੂਜਾ ਆਸਣ। आओ अज बड़े चिरां बाद दिल कीता है कि महाराज तुहाडे चरण जिथे भी पए वो धरती हरी। एक अरदास आपां करनी सारियां ने हुण, महाराज किते साडे इस घर च भी फेरा पा दिओ। दूजे घर च नहीं, आ घर है 9 द्वारे प्रगट किए। आओ कृपा करिए जी। सतगुर आवणगे फेरा पावणगे, सतगुर आवणगे फेरा पावणगे। 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 जी कर मेरे, जी कर मेरे, कर मेरे, जी कर मेरे, मैं सदके जावां उस वेले। जी मैं सदके जावां उस वेले। जी मैं सदके जावां उस वेले, जी मैं सदके जावां उस वेले। सच्चे पातशाह किते साडे इस घर च गेड़ा मारियो जरूर, क्योंकि जिथे गेड़ा वज गया फिर ये भी खिड़ जाएगा, अंदर नच पवेगा, रस आवेगा। सतगुरु आप ही कृपा करने वाले ने। साध संगत बहुत बहुत धन्यवाद आप संगतां दा, जितने कदम चल के आउंदे हो। आ जिहड़ा आनंद किते नहीं मिलना। भावें अमेरिका चल जिओ, भावें वर्ल्ड घूम लिओ, कुछ भी नहीं। एक रोटी है, रोटी बंदे नूं भजाई फिरदी है। गुरबाणी कहंदी नक नथ खसम हथ किरत धके। जिथे दाना पानी खिल रिया आपां चुगदे हैं, जिदन दाना पानी मुक गया उदन घरदियां ने आपां नूं चुगण तुर पैणा। जिन्हों आपां कहने जी फुੱਲ चुगण चले हैं, वो की बंदे नूं चुग के लिफाफे च पा लईदा। इस करके महाराज कहंदे भाई बंदगी करया कर, सेवा करया कर, सिमरन करया कर जी। आप संगतां वडभागे हो, तुसीं धन हो, गुरु साहब धन है, और तुहाडे नाल असीं भी थोड़े जे धन हो गए जी। वाहिगुरू जी का